ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭੈ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨਾ ਡਿਠਾ ਤਿਨਾ ਲੈ ਛਡਾਇ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾ ਮਨ ਸਾਧਾਰਿਆ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਹਰ ਪਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਗੁਰ ਰਾਮਦਾਸ ਰਾਖੋ ਸ਼ਰਨਾਈ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਅਸ਼ਟਪਦੀਆਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਪਾਈ। ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਤ
ਸਭ ਜਗ ਜਿਨਹਿ ਉਪਾਇਆ ਪਾਈ ਕਰਨ ਕਾਰਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅੱਖਾਂ ਚਲਵਾ ਦਿਓ। ਚਬਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸੋਢੀ ਸੁਲਤਾਨ ਨਿਮਰਤਾ ਦੇ ਪੁੰਜ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਰਾਜ ਜੋਗ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਇਸ ਆਗਮਨ ਗੁਰਪੁਰਬ ਦੀ ਆਪ ਜੀ ਨੂੰ ਬਹੁਤ ਵਧਾਈ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਹਜ਼ੂਰ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਬਚਨ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ, ਇਹ ਸੋਰਠ ਰਾਗ ਵਿੱਚ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਭਾਵਾਂ ਇਸ ਅੰਮ੍ਰਿਤ ਸ਼ਬਦ ਦੇ ਜਿਹੜੇ ਪਦੇ ਨੇ ਉਹ 9 ਨੇ, ਸਰਲੇਖ ਅਸ਼ਟਪਦੀ ਹੀ ਹੈ। 9 ਪਦੇ ਨੇ, ਇੱਕ ਇੱਕ ਪਦੇ ਵਿੱਚ 4-4 ਤੁਕਾਂ ਨੇ ਔਰ 2 ਤੁਕਾਂ ਜਿਹੜੀਆਂ ਨੇ ਉਹ ਰਹਾਉ ਦੀਆਂ ਨੇ। ਇਸ ਦਾ ਮਤਲਬ 38 ਤੁਕਾਂ ਦਾ ਇਹ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦ ਇਹ ਹੁਕਮ ਹੈ। ਇੱਕ ਤਾਂ ਜੋ ਰੋਜ਼ ਦੀ ਇਸ ਅਸਥਾਨ ਦੀ ਮਰਿਆਦਾ ਹੈ ਕਿ ਜੋ ਹੁਕਮਨਾਮਾ ਆਉਂਦਾ ਹੈ ਉਸ ਦੇ ਅਖਰੀ ਅਰਥ
ਤੇ ਸਮੇਂ ਦੇ ਅਨੁਸਾਰ ਉਸ ਦੀ ਵਿਆਖਿਆ ਵਿਸਤਾਰ ਵੀ ਕੀਤਾ ਜਾਂਦਾ ਹੈ। ਆਓ ਉਸੇ ਹੀ ਮਰਿਆਦਾ ਨੂੰ ਨਿਭਾਉਂਦੇ ਹੋਏ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਹੁਕਮ ਦੀ ਦਾਤ ਬਖਸ਼ੀ ਹੈ, ਇਸ ਦੇ ਅਖਰੀ ਅਰਥ ਆਪਾਂ ਸਾਰੇ ਬਚਨ ਦੇ ਕਰਾਂਗਾ। ਔਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਅੰਮ੍ਰਿਤ ਬਚਨ, ਉਹਨਾਂ ਦੀ ਸਿਫਤ ਸਲਾਹ ਤੇ ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਸਮੇਂ ਅਨੁਸਾਰ ਵਿਚਾਰ ਜ਼ਰੂਰ ਕਰਾਂਗੇ। ਆਪ ਸੰਗਤ ਜਿਤਨੇ ਇਸ ਅਸਥਾਨ ਤੇ ਨਮਸਕਾਰ ਕਰਨ ਆ ਰਹੇ ਹੋ, ਇਕਾਗਰਤਾ ਬਖਸ਼ਦੇ ਹੋਏ ਜਿੱਥੇ ਥਾਂ ਮਿਲਦੀ ਹੈ ਉੱਥੇ ਆਪ ਜੀ ਬੈਠ ਜਾਓ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ ਔਰ ਬੇਨਤੀ ਹੈ ਸੱਚੇ ਪਾਤਸ਼ਾਹ ਜੀ, ਆਪ ਵਿੱਚ ਵਰਤੋ, ਹਿਰਦੇ ਦਾ ਟਿਕਾ ਭਾਵਨਾ ਸ਼ਰਧਾ ਦੇ ਨਾਲ ਆਪ ਹੀ ਵਿਚਾਰ ਕਰਾ ਲਵੋ। ਆਪ ਸੰਗਤ ਅਸੀਸ ਬਖਸ਼ਦੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਅਸ਼ਟਪਦੀਆਂ। ਸੋਰਠ ਰਾਗ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਸ ਅੰਮ੍ਰਿਤ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਮਹਾਰਾਜ ਅੱਗੇ ਲਿਖ ਰਹੇ ਨੇ ਅਸ਼ਟਪਦੀਆਂ। ਇਹਦਾ ਮਤਲਬ ਕਿ ਜਿਹੜੇ ਆਪ ਜੀ ਅੱਗੇ ਬਚਨ ਪੜੋਗੇ ਉਸ ਅੰਮ੍ਰਿਤ ਸ਼ਬਦ ਦੇ 8 ਪਦੇ ਨੇ। ਪਰ ਮੈਂ ਆਪ ਜੀ ਨੂੰ ਬੇਨਤੀ ਕੀਤੀ, ਇਸ ਅਸ਼ਟਪਦੀ ਦੇ ਸਰਲੇਖ ਅਸ਼ਟਪਦੀ ਹੈ ਪਰ ਇਸ ਦੇ 9 ਪਦੇ ਨੇ। ਮੁੱਖ ਦੀ ਗੱਲ ਕੀ ਵੀ ਇਹ ਅਗਲੇ ਜਿਹੜੇ ਅਸ਼ਟਪਦੀਆਂ ਰੂਪ ਵਿੱਚ ਬਚਨ ਨੇ, ਇਹ ਪੰਜਵੇਂ ਸਤਿਗੁਰਾਂ ਨੇ ਉਚਾਰਨ ਕੀਤੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਅੰਮ੍ਰਿਤ ਬਚਨ ਨੂੰ ਦਰਜ ਕਰ ਲੱਗਿਆ ਹਜ਼ੂਰ ਨੇ ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਮੰਗਲ ਕੀਤਾ ਹੈ, ਜਿਸ ਨੂੰ ਇੱਕ ਦਿਨ ਦਾਸ ਨੇ ਬੇਨਤੀ ਕੀਤੀ ਸੀ, ਵਸਤੂ ਨਿਰਦੇਸ਼ ਮੰਗਲ ਹੈ। ਇੱਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਅਦੁੱਤੀ ਹੈ ਔਰ ਇੱਕ ਰਸ ਵਿਆਪਕ ਹੈ। ਉਸ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਅਭੇਦ ਕੋਣ ਲਈ ਮਿਲਣ ਲਈ ਵਸੀਲਾ ਹੈ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚਾ ਗੁਰੂ ਤੇ ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਜੀ ਕਿਰਪਾ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਹੈ, ਉਸ ਨੂੰ ਮਿਲਣ ਦੇ ਵਾਸਤੇ ਸਤਿਗੁਰ ਪ੍ਰਸਾਦ ਹੀ ਸਾਰਥਕ ਹੈ। ਔਰ ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਕਰੀਬਨ ਸਤਿਗੁਰਾਂ ਨੇ 524 ਵਾਰ ਇਹਦੀ ਵਰਤੋਂ ਕੀਤੀ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲ 524 ਵਾਰ ਆਇਆ ਹੈ। ਇਸ ਮੰਗਲ ਵਿੱਚ ਪ੍ਰਮਾਤਮਾ ਦੀ ਔਰ ਸਤਿਗੁਰੂ ਦੀ ਸਿਫਤ ਹੈ। ਸਭ ਜਗ ਜਿਨ ਹੈ ਉਪਾਇਆ ਪਾਈ, ਕਾਰਣ ਕਾਰਣ ਸਮਰੱਥ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਇਸ ਅਸ਼ਟਪਦੀ ਨੂੰ ਆਰੰਭ ਕਰਦੇ ਨੇ। ਸਭ ਜਗ ਜਿਨੈ ਉਪਾਇਆ ਭਾਈ। ਹੇ ਭਾਈ, ਆ ਜਿਹੜਾ ਸਾਰਾ ਜਗਤ ਜਿਸ ਨੇ ਪੈਦਾ ਕੀਤਾ ਹੈ, ਜਿਸ ਨੇ ਇਸ ਜਗਤ ਦੀ ਉਤਪਤੀ ਕੀਤੀ ਹੈ, ਕਾਰਣ ਕਾਰਣ ਸਮਰੱਥ। ਕਰਨ ਕਾਰਨ ਸਮਰੱਥ, ਜਿਸ ਨੇ ਪੈਦਾ ਕੀਤਾ ਹੈ ਉਹ ਸਭ ਕੁਝ ਕਰਾਉਣ ਦੇ ਵੀ ਸਮਰੱਥ ਹੈ।
ਤੇ ਗੁਰਮੁਖੋ ਉਹ ਸਭ ਕੁਝ ਕਰਨ ਦੇ ਵੀ ਸਮਰੱਥ ਹੈ। ਕਰਾ ਵੀ ਦਿੰਦਾ, ਕਾਰਨ ਵੀ ਹੈ ਤੇ ਕਰਨ ਵੀ ਹੈ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਉਹ ਸਭ ਕੁਝ ਕਰਨ ਕਾਰਨ ਦੇ ਵਿੱਚ ਸਮਰੱਥ ਹੈ। ਜੀਉ ਪਿੰਡ ਜਿਨ ਸਾਜਿਆ ਭਾਈ। ਉਸ ਪਰਮਾਤਮਾ ਨੇ ਜਿੱਥੇ ਜਗਤ ਦੀ ਰਚਨਾ ਕੀਤੀ, ਆ ਜਿਹੜਾ ਸਾਡਾ ਜੀਉ ਹੈ, ਜੀਵ, ਤੇ ਪਿੰਡ ਦਾ ਲਫ਼ਜ਼ੀ ਅਰਥ ਹੈ ਸਰੀਰ। ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਜੋ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਤੇ ਮਹਾਰਾਜ ਕਹਿੰਦੇ ਆ ਕਿ ਉਸ ਨੇ ਹੀ ਇਹ ਜੀਉ ਪੈਦਾ ਕੀਤਾ ਤੇ ਉਸ ਨੇ ਇਹ ਸਰੀਰ ਪੈਦਾ ਕੀਤਾ ਹੈ। ਥੋੜਾ ਜਿਹਾ ਇਸ ਸੰਬੰਧੀ ਮੈਂ ਬੇਨਤੀ ਕਰਦਿਆਂ, ਜਦੋਂ ਸਭ ਕੁਝ ਕਰਨ ਦੇ ਸਮਰੱਥ ਹੈ ਨਾ, ਤੇ ਉਦੋਂ ਸਾਨੂੰ ਆਪਣੇ ਅੰਦਰ ਦੀ ਜਿਹੜੀ ਗਿਣਤੀ ਮਿੰਤੀ ਉਹਨੂੰ ਛੱਡ ਦੇਣਾ ਚਾਹੀਦਾ ਹੈ। ਕਹਿਣ ਤੋਂ ਮੁਰਾਦ ਕਿ ਕੀ ਪਰਮਾਤਮਾ ਆ ਕੁਝ ਕਰ ਸਕਦਾ? ਕਈ ਵੀ ਸੋਚਨੇ ਜੀ ਨਹੀਂ, ਇਹ ਤੇ ਹੋ ਹੀ ਨਹੀਂ ਸਕਦਾ ਜੀ, ਇਹ ਅਸੰਭਵ ਹੈ ਜੀ। ਪਰ ਸਤਿਗੁਰੂ ਨੇ ਕਿਹਾ ਨਹੀਂ ਭਲੇ ਭਾਈ ਸਿੱਖੋ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਇੱਥੋਂ ਤੱਕ ਕਿ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਉਹ ਇਹਦੀ ਸਮਰੱਥਾ ਹੈ। ਸੱਚ ਇਹ ਵੀ ਉਹ ਜਲ ਦੇ ਵਿੱਚ ਮਾਰੂਥਲ ਪੈਦਾ ਕਰ ਦਿੰਦਾ ਹੈ, ਮਾਰੂਥਲ ਦੇ ਵਿੱਚ ਉਹ ਖੂਹ ਪੈਦਾ ਕਰ ਦਿੰਦਾ ਹੈ, ਖੂਹਾਂ ਦੇ ਵਿੱਚ ਉਹ ਪਹਾੜ ਪੈਦਾ ਕਰ ਦਿੰਦਾ ਹੈ। ਜਿਹੜਾ ਬੰਦਾ ਸਾਰੀ ਜ਼ਿੰਦਗੀ ਮੰਗ ਕੇ ਖਾ ਰਿਹਾ ਹੈ, ਉਹ ਭਿਖਾਰੀਆਂ ਨੂੰ ਰਾਜ ਭਾਗ ਦੇ ਦਿੰਦਾ ਹੈ, ਤੇ ਜਿਹੜੇ ਕਈ ਪੁਸ਼ਤਾਂ ਦੇ ਰਾਜ ਮਾਣਦੇ ਨੇ ਉਹਨਾਂ ਨੂੰ ਪਰਮਾਤਮਾ ਭਿਖਾਰੀ ਬਣਾ ਦਿੰਦਾ ਹੈ। ਉਹ ਸਮਰੱਥ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਜਿਹੜਾ ਅੱਤ ਦਾ ਜ਼ਾਹਿਲ ਬੰਦਾ ਹੈ, ਮੂਰਖ ਹੈ, ਪਰਮਾਤਮਾ ਉਹਨੂੰ ਵੱਡਾ ਵਿਦਵਾਨ ਬਣਾ ਦਿੰਦਾ ਹੈ, ਬਣਾ ਸਕਦਾ ਹੈ। ਤੇ ਜਿਹੜਾ ਆਪਣੇ ਆਪ ਵਿੱਚ ਬਹੁਤ ਕੁਝ ਪੜ੍ਹਿਆ ਹੋਵੇ, ਪੰਡਿਤ ਹੋਵੇ, ਪਰਮਾਤਮਾ ਇੰਨਾ ਸਮਰੱਥ ਹੈ, ਉਸ ਪੰਡਿਤ ਨੂੰ ਮੂਰਖ ਬਣਾ ਸਕਦਾ ਹੈ। ਮਹਾਰਾਜ ਕਹਿੰਦੇ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਤ ਤੇ ਮੁਗਧਾਰੀ। ਸਤਿਗੁਰੂ ਕਹਿ ਰਹੇ ਨੇ ਭਾਈ, ਉਸ ਪਰਮਾਤਮਾ ਜਿਨੇ ਜਗਤ ਪੈਦਾ ਕੀਤਾ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਆ ਸਾਡਾ ਜੀਓ, ਸਾਡੀ ਜਿੰਦ ਤੇ ਸਰੀਰ, ਇਹ ਪਰਮਾਤਮਾ ਨੇ ਸਾਜਿਆ ਹੈ। ਦੇ ਕਰ ਆਪਣੀ ਵਥ। ਹੁਣ ਜਿੱਥੇ ਜੀਓ ਪੈਦਾ ਕੀਤਾ, ਪਿੰਡ ਸਰੀਰ ਪੈਦਾ ਕੀਤਾ, ਉੱਥੇ ਆਪਣੀ ਉਹਨੇ ਵਥ ਦਿੱਤੀ ਹੈ। ਉਂਝ ਵਥ ਦੇ ਲਫ਼ਜ਼ੀ ਅਰਥ ਅਸੀਂ ਕਰਨੇ ਆ ਵਸਤੂ, ਪਰ ਇਹਦਾ ਭਾਵ ਅਰਥ ਵਥ ਦਾ ਹੈ ਕਿ ਸਾਡੇ ਸਰੀਰ ਅੰਦਰ ਜਿਹੜੀ ਚੇਤਨ ਸਤਾ ਹੈ, ਜਿਹੜੀ ਚੇਤਨਤਾ ਹੈ, ਇਹ ਵਸਤੂ ਵੀ ਪਾਰ ਬ੍ਰਹਮ ਪਰਮੇਸ਼ਵਰ ਨੇ ਦਿੱਤੀ ਹੈ। ਜੀਓ ਬਣਾਇਆ, ਪਿੰਡ ਬਣਾਇਆ, ਤੇ ਗੁਰਮੁਖੋ ਇਹ ਆ ਨਾਲ ਚੇਤਨਾ ਦੇ ਦਿੱਤੀ। ਇਸ ਨੂੰ ਥੋੜੀ ਜਿਹੀ ਮੈਂ ਬੇਨਤੀ ਕਰ ਦਿਆਂਗਾ ਇਸ ਅਰਥ ਸੰਬੰਧੀ ਹੋਰ। ਸ਼ਾਇਦ ਕੱਲ ਵੀ ਇੱਥੇ ਕਿਹਾ ਕਿ ਇਹ ਸਰੀਰ ਦੀ ਕੀਮਤ ਸਿਰਫ ਇਸ ਕਰਕੇ ਵੇ ਕਿਉਂਕਿ ਰੱਬ ਦੀ ਦਿੱਤੀ ਕੋਈ ਚੇਤਨ ਸਤਾ ਜਾਂ ਉਹਦੀ ਤਾਕਤ ਜਿਹੜੀ ਉਹਨੂੰ ਚਲਾਉਂਦੀ ਪਈ ਹੈ। ਤੇ ਜੋ ਕੁਝ ਅਸੀਂ ਮੰਨਨੇ ਪਏ ਆ, ਚਾਹੇ ਅਸੀਂ ਖਾਂਦੇ ਆ, ਪੀਂਦੇ ਆ, ਵੇਖਨੇ ਆ, ਸੁਣਨੇ ਆ, ਇਹ ਵੀ ਉਸ ਦੀ ਦਿੱਤੀ ਕੋਈ ਵੱਧ ਕਰਕੇ ਹੀ ਹੈ। ਸੋ ਇਸ ਬੇਨਤੀ ਨੂੰ ਫਿਰ ਸੁਣਿਓ ਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਉਹ ਚੇਤਨ ਸਤਾ ਹੈ, ਉਹ ਸਤਾ ਕੰਮ ਕਰ ਰਹੀ ਹੈ, ਸਾਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਨੀਂਦ ਵੀ ਆਉਂਦੀ ਹੈ, ਦੁੱਖ ਤੇ ਸੁੱਖ ਵੀ ਮਹਿਸੂਸ ਹੁੰਦਾ ਹੈ। ਪਰ ਯਾਦ ਰੱਖਿਓ, ਜਦੋਂ ਅੰਦਰੋਂ ਚੇਤਨ ਸਤਾ ਨਿਕਲ ਗਈ, ਨਾ ਭੁੱਖ ਹੈ, ਨਾ ਦੁੱਖ ਹੈ, ਨਾ ਪਿਆਸ ਹੈ, ਨਾ ਠੰਡ ਹੈ, ਨਾ ਗਰਮੀ ਹੈ, ਨਾ ਮਾਨ ਹੈ, ਨਾ ਅਪਮਾਨ ਹੈ। ਜਦੋਂ ਇਨਸਾਨ ਚਲਾਣਾ ਕਰ ਜਾਂਦਾ ਹੈ, ਫਿਰ ਬੇਨਤੀ, ਬਾਹਰ ਦੀਆਂ ਚੀਜ਼ਾਂ ਵੀ ਤਾਂ ਸਰੀਰ ਤੇ ਅਸਰ ਕਰਦੀਆਂ ਨੇ ਜੇ ਅੰਦਰ ਸਤਾ ਹੈ, ਉਹ ਚੇਤਨਾ ਹੈ। ਜੇ ਅੰਦਰ ਆਤਮ ਹੀ ਨਹੀਂ ਤੇ ਬਾਹਰ ਦੀ ਚੀਜ਼ ਕੀ ਕਰੇਗੀ ਅਸਰ? ਇਨਸਾਨ ਦੀ ਮੌਤ ਹੋ ਜਾਂਦੀ ਹੈ। ਤੇ ਜੇ ਕੋਈ ਉਹਦਾ ਮੂੰਹ ਖੋਲ ਕੇ ਉਹਦੇ 'ਚ ਪਾਣੀ ਪਾਏ, ਕੀ ਉਹ ਪਾਣੀ ਉਹਦੀ ਬਾਡੀ ਤੇ ਕੋਈ ਅਸਰ ਕਰੇਗਾ? ਉਹਦਾ ਮੂੰਹ ਖੋਲ ਕੇ ਕੋਈ ਘਿਓ ਪਾਏ, ਕਿ ਘਿਓ ਉਹਦੇ ਤਨ ਤੇ ਅਸਰ ਕਰੇਗਾ? ਤਨ ਤਾਂ ਪਿਆ ਹੋਇਆ, ਅੱਖਾਂ, ਪੈਰ, ਹੱਥ ਸਭ ਕੁਝ ਪਿਆ। ਇੱਥੋਂ ਤੱਕ
ਕਿ ਜੇ ਕੋਈ ਉਹਦਾ ਮੂੰਹ ਖੋਲ ਕੇ, ਮੈਂ ਸਿਰਫ ਸਮਝਾਉਣ ਲਈ ਬੇਨਤੀ ਕਰ ਰਿਹਾ, ਕੋਈ ਨਸ਼ਾ ਮੂੰਹ 'ਚ ਪਾ ਦੇ, ਉਹ ਤੇ ਅਸਰ ਹੋਵੇਗਾ? ਯਾਦ ਰੱਖੋ, ਭੁੱਖ ਦਾ, ਪਿਆਸ ਦਾ, ਦੁੱਖ ਦਾ, ਸੁੱਖ ਦਾ, ਨੀਂਦ ਦਾ, ਰੋਟੀ ਦਾ ਸਿਰਫ ਤਾਂ ਅਸਰ ਹੈ ਜੇ ਅੰਦਰ ਚੇਤਨਾ ਹੈ। ਜਦੋਂ ਅੰਦਰ ਵਾਲਾ ਚਲਾ ਗਿਆ, ਭਾਵੇਂ ਉਹਨੂੰ ਤੁਸੀਂ ਚੰਦਨ 'ਚ ਲਪੇਟੀ ਰੱਖੋ ਤੇ ਭਾਵੇਂ ਗੰਦਗੀ ਦੇ ਢੇਰ ਤੇ ਸੱਟ ਦਿਓ, ਉਹਨੂੰ ਕੁਝ ਵੀ ਪਤਾ ਨਹੀਂ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਪਰਮਾਤਮਾ ਨੇ ਜਿੱਥੇ ਜੀਓ ਦਿੱਤਾ, ਪਿੰਡ ਦਿੱਤਾ, ਉੱਥੇ ਸਾਨੂੰ ਵੱਤ ਦਿੱਤੀ, ਜਿਹਦੇ ਕਰਕੇ ਸਰੀਰ ਚੱਲ ਰਿਹਾ ਹੈ। ਕਿਨ ਕਹੀਐ ਕਿਉਂ ਦੇਖੀਐ ਭਾਈ। ਕਿਨ ਕਹੀਐ, ਇੱਥੇ ਕਿਨ ਦਾ ਅਰਥ ਕਰਾਂਗੇ ਕਿਸ ਤਰ੍ਹਾਂ। ਇਹਦਾ ਸਿੱਧਾ ਅਰਥ ਉਹਨੂੰ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਇਹ ਪ੍ਰਸ਼ਨਵਾਚਕ ਚਿੰਨ੍ਹ ਹੈ। ਕਿਨ ਕਹੀਐ, ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਤੇ ਉਸ ਦੇ ਦੀਦਾਰ ਉਹਨੂੰ ਦੁੱਖ ਦੇਖਿਆ ਕਿਵੇਂ ਜਾ ਸਕਦਾ ਹੈ। ਕਰਤਾ ਏਕ ਅਕਥ। ਅੱਗੇ ਮਹਾਰਾਜ ਕਹਿੰਦੇ ਨੇ, ਜਿਹੜਾ ਸਭ ਕੁਝ ਬਣਾਉਣ ਵਾਲਾ ਕਰਤਾ ਹੈ, ਇੱਕ ਕਰਤਾ ਹੈ ਪਿਆਰਿਓ, ਜਿਨਨੇ ਸਭ ਕੁਝ ਪੈਦਾ ਕੀਤਾ ਹੈ, ਪਰ ਉਹ ਇੱਕ ਕਰਤਾ ਪੁਰਖ ਅਕਥ ਹੈ। ਅਕਥ ਦਾ ਅਰਥ ਹੈ ਅਕਥਨੀय ਹੈ। ਕੋਈ ਵੀ ਵੱਡੇ ਤੋਂ ਵੱਡਾ ਵਿਦਵਾਨ, ਵੱਡੇ ਤੋਂ ਵੱਡਾ ਪੈਗੰਬਰ, ਵੱਡੇ ਤੋਂ ਵੱਡਾ ਰਿਸ਼ੀ ਮੁਨੀ ਉਹਨੂੰ ਪੂਰਨ ਤੌਰ ਤੇ ਨਹੀਂ ਕੱਥ ਸਕਦਾ। ਫਿਰ ਬੇਨਤੀ ਸੁਣਿਓ, ਉਹ ਅਕਥ ਹੈ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਸਤਿਗੁਰੂ ਦੀ ਜਪਜੀ ਸਾਹਿਬ ਦੀ ਪੌੜੀ, ਤੇ ਮੈਂ ਫਿਰ ਆਪ ਜੀ ਨੂੰ ਦੁਹਰਾ ਦਿਆਂ ਕਿ ਆਪਾਂ ਗੁਰੂ ਰਾਮਦਾਸ ਜੀ ਦੇ ਵੀ ਸਿਫਤ ਕਰਾਂਗੇ, ਪਰ ਜੋ ਇਸ ਦਰਬਾਰ ਦੀ ਮਰਿਆਦਾ ਹੈ ਉਹਨੂੰ ਨਿਭਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਆਪਾਂ ਨੂੰ ਸਤਿਗੁਰੂ ਨੇ, ਅੱਜ ਆਪਾਂ ਆਏ ਆ ਤੇ ਇਹ ਲੈ ਕੇ ਚੱਲੀਏ ਵੀ ਜਿੱਦਣ ਅਸੀਂ ਪੁਰਬ ਤੇ ਗਏ ਤੇ ਗੁਰੂ ਰਾਮਦਾਸ ਨੇ ਹੁਕਮਨਾਮਾ ਕੀ ਦਿੱਤਾ, ਇਹਨੂੰ ਸੋਚ ਕੇ ਅਰਥ ਕਰੀਏ ਆਪਾਂ। ਅੱਜ ਮਹਾਰਾਜ ਜੀ ਇਹ ਸਾਨੂੰ ਸਮਝਾਉਂਦੇ ਪਏ ਆ, ਕਹਿੰਦੇ ਨੇ ਉਹ ਅਕਥਨੀय ਹੈ, ਅਕਥ ਹੈ। ਅਸੀਂ ਇੱਕ ਪੌੜੀ ਪੜ੍ਹਨੇ ਆ, ਉਹਨੂੰ ਕਿਵੇਂ ਕਥਿਆ ਜਾ ਰਿਹਾ ਹੈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਖਾਦਰਾ ਹਦੂਰ। ਅੱਗੇ ਮਹਾਰਾਜ ਕਹਿੰਦੇ ਨੇ, ਗਾ ਤਾਂ ਸਾਰੇ ਰਹੇ ਨੇ, ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ। ਉਹ ਅਕਥ ਹੈ। ਕਥਨਾ ਕਥੀ ਨਾ ਆਵੇ ਤੋਟ, ਜਿੰਨਾ ਮਰਜੀ ਕਥੀ ਜਾਓ ਟੋਟਾ ਨਹੀਂ ਆਉਂਦਾ, ਉਹ ਮੁਕੰਮਲ ਨਹੀਂ ਕਥਿਆ ਜਾ ਸਕਦਾ। ਤੇ ਕਰੋੜਾਂ ਬੰਦੇ ਉਹਨੂੰ ਕਥ ਕਥ ਕੇ ਚਲੇ ਗਏ। ਇਹੀ ਮਹਾਰਾਜ ਜੀ ਨੇ 26ਵੀਂ ਪੌੜੀ ਜਪਜੀ ਸਾਹਿਬ ਦੀ ਅਖੀਰ ਵਿੱਚ ਕਿਹਾ। ਮਹਾਰਾਜ ਕਹਿੰਦੇ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ। ਮਹਾਰਾਜ ਕਹਿੰਦੇ ਨੇ, ਭਾਈ ਸਿੱਖੋ, ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਕਥ ਹੈ, ਉਸ ਨੂੰ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ। ਗੁਰ ਗੋਬਿੰਦ ਸਲਾਹੀਐ ਭਾਈ। ਹੁਣ ਅੱਗੇ ਸਤਿਗੁਰੂ ਸਾਨੂੰ ਫਿਰ ਇੱਕ ਜੁਗਤ ਦੱਸਦੇ ਪਏ ਆ। ਹੈ ਤਾਂ ਉਹ ਅਕਥ ਜਿਹਨੇ ਸਭ ਕੁਝ ਸਿਰਜਿਆ। ਭਾਈ ਗੁਰਸਿੱਖੋ, ਗੁਰ ਗੋਬਿੰਦ ਸਲਾਹੀਐ, ਵੈਸੇ ਲਫ਼ਜ਼ੀ ਅਰਥ ਗੁਰ, ਗੁਰੂ, ਗੋਬਿੰਦ ਦਾ ਅਰਥ ਹੈ ਪਰਮਾਤਮਾ। ਤੇ ਜੇ ਇਹਦੇ ਅਰਥ ਅਸੀਂ ਇਕੱਠੇ ਕਰ ਲਈਏ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਵਰ ਪਾਰ ਬ੍ਰਹਮ ਸ਼ਬਦ ਆਇਆ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਪਰਮੇਸ਼ਰ ਵੀ ਸ਼ਬਦ ਆਇਆ ਹੈ। ਗੁਰੂ ਨੂੰ ਪਰਮੇਸ਼ਵਰ ਰੂਪ ਵੀ ਕਿਹਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਗੁਰ ਪਰਮੇਸ਼ਰ ਏਕੋ ਜਾਨ, ਜਾਂ ਅਸੀਂ ਪਾਠ ਕਰਨੇ ਆ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਪੀਹੋ। ਮਹਾਰਾਜ ਕਹਿੰਦੇ ਨੇ, ਗੇ ਭਾਈ, ਜੇ ਕੁਝ ਸਮਝਣਾ ਹੈ ਤੇ ਆਪਣੇ ਗੁਰ ਪਰਮੇਸ਼ਵਰ ਦੀ ਸਲਾਹੁਤਾ ਕਰੋ, ਉਸ ਗੁਰੂ ਗੋਬਿੰਦ ਨੂੰ ਸਲਾਹੁਣਾ ਕਰੋ। ਜਿਸ ਤੇ ਜਾਪੈ ਤਥ। ਫਿਰ ਗੁਰ ਪਰਮੇਸ਼ਰ ਦੇ ਰਾਹੀਂ ਜਿਸ ਤੇ ਜਾਪੈ ਤਥ, ਤਥ ਦਾ ਅਰਥ ਹੋ ਗਿਆ ਤਤ ਵਸਤੂ। ਜਿਸ ਪਰਮਾਤਮਾ ਨੇ ਸਭ ਕੁਝ ਸਿਰਜਿਆ, ਇੱਥੇ ਤਤ ਦਾ ਭਾਵ ਅਰਥ ਕਰਾਂਗੇ ਅਸੀਂ ਪਰਮਾਤਮਾ। ਗੁਰੂ ਗੋਬਿੰਦ ਨੂੰ ਸਲਾਹੇਗਾ ਤੇ ਤੈਨੂੰ ਇਸ ਵਿੱਚੋਂ ਪਰਮਾਤਮਾ ਵਾਹਿਗੁਰੂ ਜੀ ਦੀ ਸੂਝ ਪਏਗੀ। ਮੇਰੇ ਮਨ ਜਪੀਐ ਹਰ ਭਗਵੰਤਾ। ਹੁਣ ਇਹ ਰਹਾਉ ਦੀਆਂ ਤੁਕਾਂ ਨੇ ਇਸ ਅਸ਼ਟਪਦੀ ਦੀਆਂ। ਮਹਾਰਾਜ ਕਹਿੰਦੇ ਨੇ, ਮੇਰੇ ਮਨ ਜਪੀਐ ਹਰ ਭਗਵੰਤਾ। ਬੜੇ ਸਰਲ ਅਰਥ ਨੇ ਜੀ ਵੈਸੇ ਇਹ ਸਾਰੀ ਅਸ਼ਟਪਦੀ ਦੇ। ਜਿੱਥੇ ਲੋੜ ਪੈਗੀ ਆਪਾਂ ਉਹਨੂੰ ਵਿਚਾਰ ਵੀ ਲਾਂਗੇ ਹੋਰ। ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਨ,
ਉਸ ਹਰੀ ਪਰਮਾਤਮਾ ਨੂੰ ਜਪਣਾ ਕਰ। ਮੇਰੇ ਮਨ ਜਪਿਐ ਹਰ ਭਗਵੰਤਾ, ਉਸ ਹਰੀ ਭਗਵੰਤ ਦੇ ਨਾਮ ਨੂੰ ਜਪ। ਨਾਮ ਦਾਨ ਦੇ ਜਨ ਆਪਣੇ, ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਨੂੰ ਦਾਨ ਰੂਪ ਆਪਣੇ ਸੇਵਕ ਨੂੰ ਦਿੰਦਾ ਹੈ। ਦੁਖ ਦਰਦ ਕਾ ਹੰਤਾ। ਪਰ ਅਗਲੀ ਗੱਲ ਜੀ, ਜਿਹਨੂੰ ਨਾਮ ਦਾਨ ਮਿਲ ਜਾਂਦਾ ਹੈ ਉਹਦੇ ਦੁੱਖ, ਉਹਦੇ ਦਰਦ, ਉਹਦੀ ਜਿਹੜੀ ਪੀੜਾ ਹੈ ਉਹ ਸਾਰੀ ਦੀ ਸਾਰੀ ਦੂਰ ਹੋ ਜਾਂਦੀ ਹੈ। ਰਹਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਦੋ ਤੁਕਾਂ ਰਹਾਉ ਦੀਆਂ ਦਿੱਤੀਆਂ ਨੇ। ਫਿਰ ਮੈਂ ਆਪ ਨੂੰ ਬੇਨਤੀ ਕਰਾਂ ਕਿ ਗੁਰਮੁਖੋ ਇਹ ਤਤ ਭਾਵਕ ਹੈ ਦੋ ਰਹਾਉ ਦੀਆਂ ਤੁਕਾਂ, ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਦੁੱਖ ਦਰਿਦਰ ਨੂੰ ਦੂਰ ਕਰਦਾ ਹੈ। ਇਸੇ ਲਈ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਸਰਬ ਰੋਗ ਕਾ ਔਖਦ ਨਾਮ ਹੈ। ਜਿਹੜਾ ਹਰ ਕਾ ਨਾਮ ਪਰਮਾਤਮਾ ਦਾ, ਉਹ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਇਹ ਹੈ ਨਾਮ ਔਖਦੀ ਸਾਡੇ ਦੁੱਖਾਂ ਨੂੰ, ਸਾਡੇ ਦਰਿਦਰਾਂ ਨੂੰ ਦੂਰ ਕਰਦਾ। ਤੇ ਭਾਈ ਸਿੱਖਾ ਤੂੰ ਖਰੀ ਪ੍ਰਮਾਤਮਾ ਦੇ ਨਾਮ ਨੂੰ ਜਪ। ਜਾ ਕੈ ਘਰ ਸਭ ਕਿਛ ਹੈ ਪਾਈ। ਹੁਣ ਅੱਗੇ ਗੁਰੂ ਅਰਜੁਨ ਦੇਵ ਕਹਿ ਰਹੇ ਆ ਕਿ ਤੈਨੂੰ ਉਸ ਪ੍ਰਭੂ ਦੇ ਨਾਮ ਨਾਲ ਜੋੜਨ ਲੱਗਾ ਵਾਂ, ਉਹਨੂੰ ਜਪ ਜਿਹਦੇ ਘਰ ਵਿੱਚ ਸਭ ਕੁਝ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਬਹੁਤ ਕੁਝ ਵਿੱਚ ਤੇ ਸਭ ਕੁਝ ਵਿੱਚ ਫਰਕ ਹੁੰਦਾ ਹੈ। ਬਹੁਤ ਕੁਝ ਹੋਣਾ ਤੇ ਸਭ ਕੁਝ ਹੋਣਾ। ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਆ, ਕਿਸੇ ਦੁਕਾਨ ਤੇ ਸਟੋਰ ਤੇ ਜਾਓ, ਉਹ ਕਹੇਗਾ ਵੀ ਬਹੁਤ ਕੁਝ ਮੇਰੇ ਕੋਲ, ਪਰ ਜੋ ਤੂੰ ਮੰਗਣਾ ਹੈ ਉਹ ਨਹੀਂ। ਯਾਦ ਰੱਖੋ, ਬਹੁਤ ਕੁਝ ਦੀ ਸੀਮਾ ਹੈ, ਸਭ ਕੁਝ ਜਿਹੜਾ ਹੈ ਉਹ ਅਸੀਮ ਹੈ, ਸਭ ਕੁਝ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੈ। ਸਭ ਕੁਝ ਹੈ। ਮਹਾਰਾਜ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਸ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਮੌਜੂਦ ਹੈ। ਨੌ ਨਿਧ ਭਰੇ ਭੰਡਾਰ। ਨੌ ਨਿਧ ਦਾ ਅਰਥ ਹੈ ਨੌ ਨਿਧੀਆਂ, ਭੰਡਾਰ ਦਾ ਅਰਥ ਹੈ ਖਜ਼ਾਨਾ। ਉਸ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ, ਨੌ ਨਿਧੀਆਂ ਦਾ ਭੰਡਾਰਾ ਭਰਿਆ ਹੈ। ਉਂਝ ਵੈਸੇ ਆਪਾਂ ਰੋਜ਼ ਰਹਿਰਾਸ ਸਾਹਿਬ ਵਿੱਚ ਇੱਕ ਪਾਠ ਕਰਨੇ ਆ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਮੇਰੇ ਠਾਕੁਰ ਵਾਹਿਗੁਰੂ ਜੀ ਦੇ ਖੱਤ ਤੇ ਇਹ ਸਾਰੇ ਖਜ਼ਾਨੇ ਧਰੇ ਹੋਏ ਹਨ। ਤਿਸ ਕੀ ਕੀਮਤ ਨਾ ਪਵੈ ਭਾਈ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕੋਈ ਭਾਈ ਕੀਮਤ ਨਹੀਂ ਪਾ ਸਕਦਾ। ਉੱਚਾ ਅਗਮ ਅਪਾਰ। ਪਰਮੇਸ਼ਵਰ ਜੀ ਸਭ ਤੋਂ ਉੱਚੇ ਨੇ। ਅਗੰਮ ਦਾ ਅਰਥ ਹੈ ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਗੰਮਤਾ ਨਹੀਂ। ਅਪਾਰ ਦਾ ਅਰਥ ਕਰਾਂਗੇ ਜਿਸ ਦਾ ਪਾਰ ਵਾਲਾ ਬੰਨਾ ਕੋਈ ਅੰਤ ਨਹੀਂ ਪਾ ਸਕਦਾ। ਜੀਵ ਜੰਤ ਪ੍ਰਤਪਾਲ ਦਾ ਭਾਈ। ਹਜ਼ੂਰ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜਿੰਨੇ ਜੀ ਜੰਤ ਨੇ ਉਹਨਾਂ ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹਨ। ਨਿਤ ਨਿਤ ਕਰਦਾ ਸਾਰ। ਫਿਰ ਇਹ ਨਹੀਂ ਕਿ ਥੱਕ ਜਾਂਦਾ ਹੈ ਵੀ ਮੈਂ ਇੰਨੇ ਦਿਨ ਤੋਂ ਤੁਹਾਨੂੰ ਦੇ ਰਿਹਾ ਵਾਂ, ਜੁਗਾਂ ਤੋਂ ਪ੍ਰਮਾਤਮਾ ਦੇਈ ਜਾ ਰਿਹਾ ਹੈ। ਪਿਆਰਿਓ, ਨਿਤ ਨਿਤ ਜੀਵਾਂ ਦੀ ਸੰਭਾਲ ਕਰਦਾ ਤੇ ਕੱਲੀ ਸਾਡੀ ਨਹੀਂ ਵੀ ਅਸੀਂ ਇਨਸਾਨ ਆ ਸਾਨੂੰ ਦਿੰਦਾ। ਮਹਾਰਾਜ ਕਹਿੰਦੇ ਜਲ ਮੈਂ ਜੰਤ ਉਪਾਇਕ ਹੈ। ਉਹ ਪਾਣੀ ਵਿੱਚ ਵੀ ਜੀਵ ਪੈਦਾ ਕਰਦਾ ਹੈ ਤੇ ਉਸ ਪਾਣੀ ਵਿੱਚ ਪੈਦਾ ਕੀਤੇ ਕੋਈ ਜੀਵਾਂ ਨੂੰ ਵੀ ਰਿਜ਼ਕ ਦੇਈ ਜਾਂਦਾ ਹੈ। ਜਾਂ ਸਤਿਗੁਰੂ ਦੇ ਬਚਨ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗਣ ਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਉਹ ਸਾਰੇ ਜੀਵ ਜਨਤਾ ਨੂੰ ਰੋਜ਼ ਪ੍ਰਤਪਾਲਦਾ ਹੈ। ਸਤਿਗੁਰ ਪੂਰਾ ਭੇਟੀਐ ਭਾਈ। ਸਤਿਗੁਰੂ ਅਗਲਾ ਬਚਨ ਕਰਦੇ ਨੇ, ਭਾਈ ਸਿੱਖੋ ਪੂਰੇ ਸਤਿਗੁਰੂ ਦਾ ਭੇਟੀਆ ਦਾ ਅਰਥ ਹੈ ਮਿਲਾਪ ਚਾਹੀਦਾ ਹੈ। ਸ਼ਬਦ ਮਿਲਾਵਣ ਹਾਰ। ਜੇ ਪੂਰਾ ਸਮਰੱਥ ਸਤਿਗੁਰੂ ਮਿਲ ਜਾਏ, ਉਹ ਉਪਦੇਸ਼ ਸ਼ਬਦ ਦੀ ਦਾਤ ਹੈ,
ਤੇ ਸ਼ਬਦ ਹੀ ਸਾਨੂੰ ਵਿਛੁੰਨਿਆ ਹੋਇਆਂ ਨੂੰ ਮਿਲ ਸਕਦਾ ਹੈ। ਸ਼ਬਦ ਹੀ ਸਾਨੂੰ ਟੁੱਟਿਆਂ ਹੋਇਆਂ ਨੂੰ ਜੋੜ ਸਕਦਾ ਹੈ, ਕਿਉਂਕਿ ਸ਼ਬਦ ਆਪ ਬ੍ਰਹਮ ਹੈ। ਪੂਰਾ ਸਤਿਗੁਰੂ ਜਦੋਂ ਸ਼ਬਦ ਦਿੰਦਾ ਹੈ ਤੇ ਸ਼ਬਦ ਮਿਲਾ ਦਿੰਦਾ ਹੈ। ਸੱਚੇ ਚਰਨ ਸਰੇਵੀਅ ਭਾਈ। ਸੱਚੇ ਚਰਨਾਂ ਨੂੰ ਮੈਂ ਫਿਰ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਚਰਨ ਸ਼ਬਦ ਬੜੀ ਵਾਰੀ ਆਇਆ, ਗੁਰੂ ਚਰਨ ਵੀ ਆਇਆ ਹੈ, ਪ੍ਰਭੂ ਚਰਨ ਵੀ ਆਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਚਰਨਾਂ ਦੀ ਵਿਆਖਿਆ ਵੀ ਸ਼ਬਦ ਰੂਪ ਹੀ ਕੀਤੀ ਹੈ ਕਿ ਸੱਚੇ ਪਰਮਾਤਮਾ ਦੇ ਸ਼ਬਦ ਨੂੰ ਸੇਵਨਾ ਕਰ, ਉਹਨੂੰ ਆਰਾਧਨਾ ਕਰ। ਭ੍ਰਮ ਭਉ ਹੋਵੈ ਨਾਸ। ਜੇ ਤੂੰ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਨੂੰ ਸੇਵੇਂਗਾ, ਤੇਰੇ ਅੰਦਰ ਦੀ ਭਟਕਣਾ ਤੇ ਸਾਰੇ ਡਰ ਮੁੱਕ ਜਾਣਗੇ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਪਰ ਜੇ ਇਹ ਮੈਲਾ ਮਨ ਕਾਬੂ ਨਹੀਂ ਆਉਂਦਾ ਤੇ ਗੁਰੂ ਜੀ ਕਹਿੰਦੇ ਨੇ ਸੰਤ ਸਭਾ ਵਿੱਚ, ਸਾਧ ਸੰਗਤ ਵਿੱਚ ਜਾ ਕੇ ਇਸ ਮੈਲੇ ਮਨ ਨੂੰ ਚੰਗੀ ਤਰ੍ਹਾਂ ਮਾਂਜਣਾ ਕਰ। ਜਿਵੇਂ ਆਪਾਂ ਭਾਂਡਾ ਮਾਂਜਨੇ ਆ ਤੇ ਉਹਨੂੰ ਮਾਂਜਣ ਨਾਲ ਉਹਦੀ ਮੈਲ ਉਤਰ ਜਾਂਦੀ ਹੈ। ਇਹ ਮਨ ਰੂਪੀ ਬਰਤਨ ਜੋ ਹੈ ਇਹ ਮਾਂਜਣਾ ਹੈ ਤੇ ਸਤ ਸੰਗਤ ਵਿੱਚ ਹੀ ਮਾਂਜਿਆ ਜਾ ਸਕਦਾ ਹੈ। ਮਹਾਰਾਜ ਨੇ ਇੱਕ ਬਚਨ ਵੀ ਕਿਹਾ ਹੈ ਕਿ ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ। ਇਹ ਭਾਂਡਾ ਅਤ ਦਾ ਮੈਲਾ ਹੈ, ਜੇ ਆਪਾਂ ਧੋਣ ਦਾ ਯਤਨ ਕਰਾਂਗੇ ਇਹਨੇ ਸਾਫ਼ ਨਹੀਂ ਹੋਣਾ, ਮੈਲਾ ਹੀ ਰਹਿਣਾ। ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਖੱਛਾ ਹੋਏ ਸੀ। ਮਹਾਰਾਜ ਕਹਿੰਦੇ ਨੇ ਆਪਣਾ ਜਿਹੜਾ ਮਨ ਰੂਪੀ ਭਾਂਡਾ ਹੈ ਇਹਨੂੰ ਸਤ ਸੰਗਤ ਵਿੱਚ ਮਾਂਜਣਾ ਕਰ। ਹਰਿ ਕੈ ਨਾਮ ਨਿਵਾਸ। ਜਦੋਂ ਇਹ ਭਾਂਡਾ ਤੇਰਾ ਮਾਂਜਿਆ ਜਾਏਗਾ ਫਿਰ ਖਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਆਪਣੇ ਆਪ ਹੀ ਅੰਦਰ ਹੋ ਜਾਏਗਾ। ਬੇਨਤੀ ਕਰਾਂ ਜੀ, ਨਾਮ ਹੀ ਭਾਂਡਾ ਮਾਂਜਦਾ ਹੈ ਤੇ ਨਾਮ ਹੀ ਅੰਮ੍ਰਿਤ ਬਣ ਕੇ ਵਿੱਚ ਆਪ ਟਿਕ ਜਾਂਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਉਹੀ ਮੈਲ ਧੋਂਦਾ ਨਾਮ, ਉਹੀ ਅੰਮ੍ਰਿਤ ਬਣ ਕੇ ਸਰੀਰ ਭਾਂਡੇ ਵਿੱਚ ਟਿਕ ਜਾਂਦਾ ਹੈ। ਮਿਟੈ ਅੰਧੇਰਾ ਅਗਿਆਨਤਾ ਪਾਈ। ਜਿਹੜੀ ਕਈ ਜਨਮਾਂ ਦੀ ਅਗਿਆਨਤਾ ਹੈ, ਹਨੇਰਾ ਹੈ, ਇਹ ਸਾਰਾ ਮਿਟ ਜਾਏਗਾ। ਫਿਰ ਬੇਨਤੀ ਜੀ, ਦੋ ਲਫ਼ਜ਼ ਨੇ ਹਨੇਰਾ ਤੇ ਅਗਿਆਨਤਾ। ਉਂਝ ਵੈਸੇ ਅਗਿਆਨਤਾ ਦੀ ਤੁਲਨਾ ਹਨੇਰੇ ਨਾਲ ਹੀ ਕੀਤੀ ਹੈ, ਹਨੇਰੇ ਨਾਲ, ਪਰ ਇਹਨੂੰ ਹਨੇਰਾ ਕਿਉਂ ਕਿਹਾ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਜੀ, ਜਦੋਂ ਰਾਏ ਬੁਲਾਰ ਜੀ ਨੂੰ ਬ੍ਰਹਮ ਗਿਆਨ ਦਿੱਤਾ, ਆਤਮ ਉਪਦੇਸ਼ ਦਿੱਤਾ, ਤੇ ਉਹਨੇ ਇੱਕ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਗੱਲ ਸਮਝਾਓ ਕਿ ਅਗਿਆਨ ਨੂੰ ਹਨੇਰਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅੱਜ ਹਨੇਰਾ ਤੇ ਅਗਿਆਨ ਦੋਨੋਂ ਸਤਿਗੁਰਾਂ ਨੇ ਸ਼ਬਦ ਵਰਤੇ ਨੇ। ਮਹਾਰਾਜ ਜੀ ਉੱਥੇ ਬਚਨ ਕਰਦੇ ਨੇ ਰਾਏ ਬੁਲਾਰ ਨੂੰ, ਕਹਿੰਦੇ ਨੇ ਇੱਕ ਬਾਹਰ ਮੁਖੀ ਹਨੇਰਾ ਹੈ। ਮੰਨ ਲਓ ਮੱਸਿਆ ਦੀ ਰਾਤ ਹੋਵੇ, ਬਿਲਕੁਲ ਕਾਲੀ ਰਾਤ, ਇਨਸਾਨ ਉਸ ਹਨੇਰੇ ਵਿੱਚ ਚੱਲਦਾ ਹੈ, ਇਹਨੂੰ ਨਜ਼ਰ ਨਹੀਂ ਆਉਂਦਾ, ਇਹਨੂੰ ਆਪਣੇ ਹੱਥ ਪਸਾਰਿਆਂ ਨਹੀਂ ਦਿਸਦੇ, ਪੈਰ ਨਹੀਂ ਦਿਸਦੇ, ਕੱਪੜੇ ਨਹੀਂ ਨਜ਼ਰ ਆਉਂਦੇ। ਸੁਣਿਓ ਇਸ ਮੇਰੀ ਬੇਨਤੀ ਨੂੰ ਧਿਆਨ ਨਾਲ ਵੀ, ਅਗਿਆਨਤਾ ਹਨੇਰਾ ਕਿਉਂ ਹੈ? ਬਾਹਰ ਦੇ ਹਨੇਰੇ ਵਿੱਚ ਕੋਈ ਚੱਲਦਾ ਹੈ, ਹੱਥ ਪੈਰ ਨਜ਼ਰ ਨਹੀਂ ਆਉਂਦੇ, ਜ਼ਮੀਨ ਨਹੀਂ ਦਿਸਦੀ, ਪਰ ਘੱਟੋ ਘੱਟ ਬੰਦੇ ਨੂੰ ਇਹ ਤਾਂ ਸੋਝੀ ਹੈ ਨਾ, ਮੇਰਾ ਨਾਮ ਕੀ ਹੈ, ਮੇਰਾ ਘਰ ਕਿੱਥੇ ਹੈ, ਮੈਂ ਆਇਆ ਕਿੱਥੋਂ ਆ ਤੇ ਮੈਂ ਹੁਣ ਜਾ ਕਿੱਥੇ ਰਿਹਾ ਵਾਂ, ਇੰਨੀ ਤੇ ਸਮਝ ਆਏ ਨਾ। ਮਹਾਰਾਜ ਕਹਿੰਦੇ ਨੇ ਬਾਹਰ ਦੇ ਹਨੇਰੇ ਵਿੱਚ ਬੰਦੇ ਨੂੰ ਆਪਣਾ ਆਪਾ ਨਹੀਂ ਭੁੱਲਦਾ, ਘਰ ਨਹੀਂ ਭੁੱਲਦਾ, ਅੰਦਰ ਦਾ ਹਨੇਰਾ ਇਸ ਕਰਕੇ ਕਿ ਇੱਥੇ ਬੰਦੇ ਨੂੰ ਇਹ ਵੀ ਭੁੱਲ ਜਾਂਦਾ ਮੈਂ ਅਸਲ ਵਿੱਚ ਹਾਂ ਕੌਣ। ਜੋਤ ਸਰੂਪ ਭੁੱਲ ਜਾਂਦਾ ਹੈ, ਆਪਣੇ ਘਰ ਦੀ ਸਮਝ ਨਹੀਂ ਰਹਿੰਦੀ। ਮਹਾਰਾਜ ਕਹਿੰਦੇ ਨੇ ਭਾਈ ਜੇ ਨਾਮ ਜਪੋਗੇ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਕਮਲ ਹੋਵੇ ਪਰਗਾਸ। ਹਿਰਦਾ ਕੌਲ ਜਿਹੜਾ ਉਹ ਖਿੜਾਓ ਵਿੱਚ ਆਏਗਾ। ਬਚਨੀ ਸੁਖ ਊਪਜੈ ਪਾਈ। ਹਜ਼ੂਰ ਕਹਿੰਦੇ ਨੇ ਕਿ ਭਾਈ ਗੁਰੂ ਤੇ ਬਚਨਾਂ ਨੂੰ ਜਦੋਂ ਕਮਾਓਗੇ ਇਸ ਵਿੱਚੋਂ ਆਤਮਿਕ ਸੁਖ ਪੈਦਾ ਹੋਵੇਗਾ। ਸਭ ਫਲ ਸਤਿਗੁਰ ਪਾਸ। ਤੇ ਜਿਸ ਫਲ ਦੀ ਪ੍ਰਾਪਤੀ ਲਈ ਤੁਸੀਂ ਆਏ ਹੋ
ਇਹ ਸਾਰੇ ਫਲ ਸਤਿਗੁਰੂ ਦੇ ਕੋਲ ਹਨ। ਮੇਰਾ ਤੇਰਾ ਛੋਡੀਐ ਭਾਈ। ਹੁਣ ਅੱਗੇ ਉਪਦੇਸ਼ ਕਰ ਰਹੇ ਨੇ, ਮੇਰਾ ਤੇਰਾ ਛੋਡੀਐ ਭਾਈ। ਇਹ ਮੇਰ ਤੇਰ ਜਿਹੜੀ ਦਵੈਸ਼ਕ ਹੈ, ਆ ਮੇਰਾ ਹੈ ਆ ਤੇਰਾ ਹੈ, ਕਹਿੰਦੇ ਇਸ ਬਿਰਤੀ ਨੂੰ ਅੰਦਰੋਂ ਤੂੰ ਖਤਮ ਕਰ ਦੇ। ਮੇਰ ਤੇਰੇ ਵਾਲੀ, ਜਿਵੇਂ ਬਾਬਾ ਜੀ ਨੇ ਕਿਹਾ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਆ ਦੇਖੋ, ਜਦੋਂ ਟੋਇਆ ਤੇ ਟਿੱਬਾ ਦੋ ਚੀਜ਼ਾਂ ਨੇ ਨਾ, ਟੋਇਆ ਨੀਵਾ ਹੁੰਦਾ ਹੈ ਤੇ ਟਿੱਬਾ ਉੱਚਾ ਹੁੰਦਾ ਹੈ। ਮਹਾਰਾਜ ਕਹਿੰਦੇ ਟੋਏ ਵੀ ਪੂਰ ਦੇ ਤੇ ਟਿੱਬੇ ਨੂੰ ਵੀ ਉੱਤੋਂ ਝਾੜ ਦੇ। ਇਹਦਾ ਮਤਲਬ ਟੋਏ ਦਾ ਅਰਥ ਹੈ ਕਿਸੇ ਨੂੰ ਅੰਦਰੋਂ ਨੀਵਾ ਸਮਝਣਾ, ਤੇ ਟਿੱਬੇ ਦਾ ਅਰਥ ਹੈ ਆਪਣੇ ਆਪ ਨੂੰ ਉੱਚਿਆਂ ਸਮਝਣਾ। ਬਿਲਕੁਲ ਮੈਦਾਨ ਕਰ ਦੇ, ਤੇਰ ਮੇਰ ਤੇਰੇ ਅੰਦਰ ਨਾ ਹੋਵੇ, ਮੇਰੇ ਤੇਰੇ ਨੂੰ ਤਿਆਗ ਦੇ। ਹੋਈਐ ਸਭ ਕੀ ਧੂੜ। ਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਸਭ ਦੇ ਚਰਨਾਂ ਦੀ ਖਾਕ ਬਣ ਜਾ ਗੁਰਮੁਖੋ। ਇਸ ਦਾ ਇੱਕ ਕਾਰਨ ਹੈ, ਬੜੀ ਵੱਡੀ ਦਿੱਕਤ ਆਉਂਦੀ ਜਦੋਂ ਇਨਸਾਨ ਨਾਮ ਜਪਦਾ ਹੈ ਨਾ, ਤੇ ਜਿਨ੍ਹਾਂ ਨਾਲ ਮੇਰ ਤੇਰ ਕਰਦਾ ਹੈ, ਮੇਰ ਦੀ ਥਾਂ ਤੇ ਮਮਤਾ ਹੈ, ਤੇਰੇ ਦੀ ਥਾਂ ਪਰਾਇਆਪਨ ਹੈ ਗੁਰਮੁਖੋ, ਉਹ ਮੇਰ ਤੇ ਤੇਰ ਅੰਦਰ ਨੂੰ ਟਿਕਣ ਨਹੀਂ ਦਿੰਦੀ। ਫਿਰ ਬੇਨਤੀ, ਮਹਾਰਾਜ ਨੇ ਕਿਹਾ ਕਿ ਜਿੰਨੀ ਦੇਰ ਤੱਕ ਬੰਦਾ ਇਸ ਬਿਰਤੀ ਨਾਲ ਇਹ ਮੇਰਾ ਵੈਰੀ ਤੇ ਇਹ ਮੇਰਾ ਮਿੱਤਰ, ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ। ਆ ਮੇਰਾ ਮਿੱਤਰ ਹੈ, ਆ ਮੇਰਾ ਦੁਸ਼ਮਣ ਹੈ। ਨਾ ਮਿੱਤਰ ਦੇ ਫੁਰਨੇ ਨਾਮ ਚ ਟਿਕਣ ਦਿੰਦੇ ਨੇ ਤੇ ਨਾ ਦੁਸ਼ਮਣ ਦੇ ਟਿਕਣ ਦਿੰਦੇ ਨੇ, ਕਿਉਂਕਿ ਜਿਹਨੂੰ ਵੈਰੀ ਸਮਝਦਾ ਹੈ, ਪਾਠ ਕਰਦਿਆਂ ਉਹਦੇ ਬਾਰੇ ਵੀ ਕਈ ਵਾਰੀ ਮਾੜਾ ਸੋਚਣ ਲੱਗ ਪੈਂਦਾ। ਜਿਹਨੂੰ ਮਿੱਤਰ ਸਮਝਦਾ ਉਹਦੇ ਬਾਰੇ ਹੋਰ ਤਰ੍ਹਾਂ ਸੋਚਦਾ। ਹਜ਼ੂਰ ਕਹਿੰਦੇ ਨੇ ਇਹ ਮੇਰੇ ਤੇਰੇ ਨੂੰ ਛੱਡ ਦੇ, ਸਭ ਦੇ ਚਰਨਾਂ ਦੀ ਧੂੜ ਬਣ ਜਾ। ਘਟ ਘਟ ਬ੍ਰਹਮ ਪਸਾਰਿਆ ਭਾਈ। ਕਿਸ ਨਾਲ ਮੇਰ ਤੇਰ ਤੂੰ ਕਰਨਾ ਪਿਆ ਹੈ? ਹਰ ਘਟ ਵਿੱਚ ਖਟ ਖਿਰਦੇ ਵਿੱਚ ਉਸ ਬ੍ਰਹਮ ਪਰਮਾਤਮਾ ਦਾ ਪਸਾਰਾ ਹੈ। ਵੇਖੈ ਸੁਣੈ ਹਜੂਰ। ਤੇ ਯਾਦ ਰੱਖੀ, ਉਹ ਤੇਰੀ ਹਰ ਹਰਕਤ ਨੂੰ ਦੇਖਦਾ ਪਿਆ ਹੈ। ਪਰਮਾਤਮਾ ਵੇਖਦਾ ਪਿਆ ਤੇ ਜੋ ਕੁਝ ਤੂੰ ਬੋਲਣਾ ਉਹ ਵੀ ਸੁਣਦਾ ਹੈ। ਤੇ ਅਗਲੀ ਗੱਲ ਚੇਤੇ ਰੱਖਿਓ, ਜੋ ਤੂੰ ਨਹੀਂ ਬੋਲਦਾ, ਅੰਦਰ ਥਾਟ ਫੁਰਨੇ ਬਣਾਣਾ, ਰੱਬ ਤੇਰੇ ਅੰਦਰ ਦੇ ਫੁਰਨੇ ਵੀ ਦੇਖਦਾ ਪਿਆ ਹੈ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਇਹ ਮਨ ਮਤ ਜਾਣਾ ਕਰ ਦੂਰ ਹੈ, ਸਦਾ ਵੇਖਾ ਦੂਰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਉਹ ਵੇਖਦਾ ਵੀ ਹੈ, ਉਹ ਸੁਣਦਾ ਵੀ ਹੈ। ਜੇ ਅਸੀਂ ਹੁਣ ਕਹੀਏ ਜੀ ਵੀ ਮੇਰੇ ਅੰਦਰ ਦੇ ਖਿਆਲ ਨਹੀਂ ਕੋਈ ਸਮਝ ਸਕਦਾ, ਪਰਿਵਾਰ ਨਹੀਂ ਸਮਝ ਸਕਦਾ, ਲੋਕ ਨਹੀਂ ਸਮਝਣਗੇ, ਪਰ ਪਰਮਾਤਮਾ ਨੂੰ ਤੇ ਪਤਾ ਵੀ ਇਸ ਬੰਦੇ ਦੇ ਅੰਦਰ ਖਿਆਲ ਕੀ ਚੱਲਦੇ ਪਏ ਨੇ, ਫੁਰਨੇ ਕੀ ਚੱਲਦੇ ਨੇ। ਗੁਰੂ ਵੀ ਇਸ ਨੂੰ ਸਮਝਦਾ ਹੈ ਜੀ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਕੋਈ ਸਿੱਖ ਸ਼ੁੱਧ ਤੇ ਇਕਾਗਰਤਾ ਨਾਲ ਜਪਜੀ ਸਾਹਿਬ ਦਾ ਇੱਕ ਪਾਠ ਕਰੇ, ਪਾਠ ਸੁਣਾਵੇ ਸਾਨੂੰ। ਅਸੀਂ ਇਤਿਹਾਸ 'ਚ ਪੜ੍ਹਨੇ ਆ, ਭਾਈ ਗੋਪਾਲਾ ਜੀ ਨੇ ਪਾਠ ਸ਼ੁਰੂ ਕੀਤਾ ਤੇ ਜਿਉਂ-ਜਿਉਂ ਇਕਾਗਰ ਹੋ ਕੇ ਪਾਠ ਕਰੀ ਗਏ ਤੇ ਮਹਾਰਾਜ ਛੇਵੇਂ ਸਤਿਗੁਰੂ ਉਹ ਤਖਤ ਤੋਂ ਗੱਦੀ ਤੋਂ ਥੋੜਾ ਜਿਹਾ ਦੂਰ ਹੁੰਦੇ ਗਏ, ਬਰਾਬਰ ਬੈਠ ਕੇ ਉਹ ਪਾਠ ਕਰ ਰਿਹਾ ਸੀ। ਮਹਾਰਾਜ ਸੱਚੀ ਮੁੱਚੀ ਗੱਦੀ ਤੋਂ ਦੂਰ ਹੁੰਦੇ ਪਏ ਆ। ਫਿਰ ਵਾਪਸ ਜਦੋਂ ਸਮਾਪਤੀ ਤੇ ਆਇਆ ਉਹ, ਤੇ ਮਹਾਰਾਜ ਗੱਦੀ ਉੱਤੇ ਫਿਰ ਉਸੇ ਥਾਂ ਤੇ ਬਹਿ ਗਏ। ਪੁੱਛਿਆ ਜੀ ਇਹ ਕਿਉਂ? ਗੋਪਾਲਾ ਤੇ ਭਾਈ ਗੋਪਾਲਾ ਤੇ ਪਾਠ ਕਰ ਰਿਹਾ, ਪਰ ਗੁਰੂ ਅੰਦਰ ਦੇ ਫੁਰਨੇ ਜਾਣਦਾ, ਪਾਠ ਕਰਦਿਆਂ ਅੰਦਰ ਕਿਹੜੇ ਖਿਆਲ ਪੈਦਾ ਹੋ ਰਹੇ ਆ। ਮਹਾਰਾਜ ਕਹਿੰਦੇ ਜਦੋਂ ਗੱਦੀ ਛੱਡ ਰਿਹਾ ਸਾਂ, ਇਹ ਪੂਰਨ ਤੌਰ ਤੇ ਇਕਾਗਰ ਹੋ ਕੇ ਜਪਜੀ ਪੜ ਰਿਹਾ ਸੀ। ਸਾਡਾ ਚਿੱਤ ਕਰਦਾ ਸੀ ਬਾਬੇ ਨਾਨਕ ਦਾ ਤਖਤ ਗੱਦੀ ਇਹਨੂੰ ਦੇ ਦਈਏ। ਅਖੀਰ ਤੇ ਦੇ ਅੰਦਰ ਫੁਰਨਾ ਆ ਗਿਆ, ਪਾਠ ਸ਼ੁੱਧ ਹੋ ਗਿਆ। ਜੇ ਮਹਾਰਾਜ ਕੀਮਤੀ ਘੋੜਾ ਦੇ ਦਿੰਦਾ, ਹੁਣ ਉਹਨੇ ਬੋਲ ਕੇ ਤੇ ਨਹੀਂ ਕਿਹਾ ਜੀ ਮੈਨੂੰ ਘੋੜਾ ਦੇ ਦਿਓ, ਪਰ ਜੋ ਉਹ ਪਾਠ ਕਰਦਿਆਂ ਸੋਚ ਰਿਹਾ ਹੈ, ਉਹਦੇ ਅੰਦਰ ਦੇ ਫੁਰਨੇ ਗੁਰੂ ਨੇ ਪਾਠ ਕਰਦਿਆਂ ਵੀ ਸਮਝ ਲਿਆ। ਮਹਾਰਾਜ ਕਹਿੰਦੇ ਬੰਦਿਆ ਐਵੇਂ ਤੂੰ ਕਰਨਾ ਵੀ ਮੈਨੂੰ ਕੋਈ ਨਹੀਂ ਦੇਖਦਾ, ਉਹ ਤੈਨੂੰ ਦੇਖਦਾ ਵੀ, ਤੈਨੂੰ ਸੁਣਦਾ ਵੀ। ਇੱਥੋਂ ਤੱਕ ਪਿਆਰਿਓ, ਜਿਹੜੇ ਨਿੱਕੇ ਕੀੜੇ ਸਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਮਹਾਰਾਜ ਕਹਿੰਦੇ ਨੇ ਰੱਬ ਤਾਂ ਦਾਣੇ ਵਿੱਚ ਟਿਕੇ ਕੋਈ ਨਿੱਕੇ ਜਿਹੇ ਕੀੜੇ ਨੂੰ ਵੀ ਦੇਖਦਾ ਹੈ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਉਹ ਪ੍ਰਮਾਤਮਾ ਵੈਗੁਰੂ ਸਭ ਕੁਝ ਸੁਣਦੇ ਔਰ ਦੇਖ ਰਹੇ ਹਨ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ।
ਜਿਸ ਦਿਨ ਭਾਈ ਪਾਰ ਬ੍ਰਹਮ ਪਰਮੇਸ਼ਵਰ ਵਿਸਰ ਜਾਵੇ, ਤਿਤ ਦਿਨ ਮਰੀਐ ਝੂਰ। ਗੁਰਮੁਖੋ ਜਿੱਦਨ ਨਾਮ ਸਿਮਰਨ ਨਿਤਨਿਮ ਛੁੱਟ ਜਾਏ, ਉਹ ਸਾਰਾ ਦਿਨ ਝੁਰ ਝੁਰ ਕੇ ਅੰਦਰੋਂ ਮਰੀਦਾ ਹੈ। ਜਿਹੜੇ ਗੁਰਮੁਖ ਨਾਮ ਜਪਦੇ ਆ ਰੋਜ਼, ਕਈ ਵਾਰੀ ਸਾਨੂੰ ਲੱਗਦਾ ਵੀ ਇਹ ਗੁੱਸੈਲੇ ਨੇ, ਇਹ ਗੁੱਸੇ 'ਚ ਨੇ, ਕ੍ਰੋਧਿਤ ਨੇ। ਉਹ ਅਸਲ 'ਚ ਨਹੀਂ ਹੁੰਦਾ। ਜਦੋਂ ਅੰਦਰੋਂ ਨਾਮ ਦਾ ਟੋਟਾ ਪੈਂਦਾ ਹੈ ਨਾ, ਅੰਦਰ ਝੋਰਾ ਜਨਮ ਲੈਂਦਾ ਹੈ। ਮਹਾਰਾਜ ਕਹਿੰਦੇ ਜਿਸ ਦਿਨ ਪਾਰ ਬ੍ਰਹਮ ਭੁੱਲ ਜਾਏ, ਸਾਰਾ ਦਿਨ ਝੁਰੀ ਜਾਈਦਾ ਹੈ। ਕਾਰਨ ਕਰਾਵਨ ਸਮਰਥੋ ਭਾਈ। ਹੇ ਭਾਈ, ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਕੁਝ ਕਰਨ ਔਰ ਕਰਾਉਣ ਦੇ ਸਮਰੱਥ ਹੈ। ਸਰਬ ਕਲਾ ਭਰਪੂਰ। ਸਰਬ ਕਲਾ ਭਰਪੂਰ। ਕਲਾ ਦਾ ਅਰਥ ਹੈ ਸ਼ਕਤੀ, ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਸਭ ਕੁਝ ਕਰਨ ਦੇ ਸਮਰੱਥ ਹਨ, ਸਾਰੀਆਂ ਸ਼ਕਤੀਆਂ ਦੇ ਮਾਲਕ ਹਨ। ਪ੍ਰੇਮ ਪਦਾਰਥ ਨਾਮ ਹੈ ਭਾਈ। ਹੇ ਭਾਈ, ਜੇ ਤੂੰ ਪੁੱਛੇ ਪ੍ਰੇਮ ਦੀ ਵਸਤੂ ਕਿਹੜੀ ਹੈ, ਪ੍ਰੇਮ ਦਾ ਪਦਾਰਥ ਜਿਹੜਾ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ। ਮਾਇਆ ਮੋਹ ਬਿਨਾਸ਼। ਜਿਹੜਾ ਮਾਇਆ ਦਾ ਮੋਹ ਹੈ, ਮਾਇਆ ਦੀ ਜਿਹੜੀ ਪਕੜ ਹੈ, ਇਹ ਵਿਨਾਸ਼, ਇਹ ਖਤਮ ਹੋਣ ਵਾਲੀ ਹੈ। ਇਸ ਪਾਵੈ ਤਾਂ ਮੇਲ ਲਏ ਭਾਈ। ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਉਂਦਾ ਹੈ ਭਾਈ, ਉਦੋਂ ਪਰਮੇਸ਼ਵਰ ਆਪਣੇ ਨਾਲ ਵਾਹਿਗੁਰੂ ਜੀ ਮੇਲ ਲੈਂਦੇ ਹਨ। ਹਿਰਦੈ ਨਾਮ ਨਿਵਾਸ। ਉਸ ਸਰੀਰ ਦੇ ਅੰਦਰ, ਉਸ ਹਿਰਦੇ ਦੇ ਵਿੱਚ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ, ਜਿਹਨੂੰ ਵਾਹਿਗੁਰੂ ਜੀ ਆਪਣੇ ਨਾਲ ਮਿਲਦੇ ਹਨ। ਗੁਰਮੁਖ ਕਮਲ ਪਰਗਾਸੀਐ ਭਾਈ। ਗੁਰੂ ਜੀ ਦੇ ਸਨਮੁਖ ਰਹਿ ਕੇ ਗੁਰੂ ਦੇ ਬਚਨ ਨੂੰ ਕਮਾਉਣ ਵਾਲਾ, ਉਹਦਾ ਹਿਰਦਾ ਕੌਲ ਜਿਹੜਾ ਹੈ, ਉਹ ਪੂਰਨ ਤੌਰ ਤੇ ਖਿੜਾ ਵਿੱਚ ਆਉਂਦਾ ਹੈ। ਹਿਰਦੈ ਹੋਵੈ ਪਰਗਾਸ। ਤੇ ਉਸ ਦੇ ਧੁਰ ਹਿਰਦੇ ਦੇ ਅੰਦਰ ਨਾਮ ਦਾ ਚਾਨਣ ਹੋ ਜਾਂਦਾ ਹੈ, ਪ੍ਰਗਾਸ਼ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਹੇ ਭਾਈ, ਉਸ ਦਾ ਪ੍ਰਤਾਪ, ਉਹਦੇ ਯਸ ਸਾਰੇ ਸੰਸਾਰ ਤੇ ਪ੍ਰਗਟ ਹੁੰਦਾ ਹੈ। ਮੌਲਿਆ ਧਰਤ ਆਕਾਸ਼। ਆ ਧਰਤੀ, ਇਹ ਆਕਾਸ਼, ਇਹ ਵੀ ਮੌਲਿਆ ਦਾ ਅਰਥ ਕਰਾਂਗੇ ਖੇੜੇ ਵਿੱਚ ਆ ਗਿਆ, ਕਿ ਉਸ ਨਾਮ ਦਾ ਪ੍ਰਗਾਸ਼ ਹਿਰਦੇ ਵਿੱਚ ਨਾਮ ਹੋਵੇ। ਨਾਮ ਕਰਕੇ ਸਾਰਾ ਸੰਸਾਰ ਖੇੜੇ ਵਿੱਚ ਹੈ। ਗੁਰ ਪੂਰੈ ਸੰਤੋਖਿਆ ਭਾਈ। ਹੇ ਭਾਈ, ਜਿਹੜਾ ਮਨ ਅੱਗੇ ਤ੍ਰਿਸ਼ਨਾ ਦੇ ਵਿੱਚ ਦਿਨ ਰਾਤ ਖਚਤ ਰਹਿੰਦਾ ਸੀ, ਰੱਜਦਾ ਨਹੀਂ ਸੀ, ਪੂਰੇ ਗੁਰਾਂ ਨੇ ਕਿਰਪਾ ਕੀਤੀ, ਇਹਦੇ ਅੰਦਰ ਸੰਤੋਖ ਬਖਸ਼ ਦਿੱਤਾ, ਇਹਦਾ ਅੰਦਰ ਤ੍ਰਿਪਤ ਕੀਤਾ ਹੈ। ਕਹਿ ਸੁਲਾਗਾ ਭਾਉ। ਜਿਹਦੇ ਅੰਦਰ ਸਤਿਗੁਰਾਂ ਨੇ ਤ੍ਰਿਪਤੀ ਦੇ ਦਿੱਤੀ, ਸਬਰ ਸੰਤੋਖ ਦੇ ਦਿੱਤਾ, ਦਿਨ ਰਾਤ ਉਹਦਾ ਪਰਮਾਤਮਾ ਨਾਲ ਪਿਆਰ ਬਣਦਾ ਹੈ। ਰਸਨਾ ਰਾਮ ਰਵੈ ਸਦਾ ਭਾਈ। ਹੇ ਭਾਈ, ਉਹ ਆਪਣੀ ਰਸਨਾ ਤੋਂ ਹਮੇਸ਼ਾ ਹੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ। ਸਾਚਾ ਸਾਧ ਸੁਆਉ। ਹੁਣ ਉਹਦੀ ਜ਼ਿੰਦਗੀ ਦਾ ਜਿਹੜਾ ਸੱਚਾ ਤੇ ਸੁੱਚਾ ਮਨੋਰਥ ਹੈ ਨਾ, ਉਹਦੀ ਜ਼ਿੰਦਗੀ ਦੀ ਜਿਹੜੀ ਮੰਜ਼ਿਲ ਹੈ, ਉਹ ਸਿਰਫ ਇਹ ਹੈ ਕਿ ਆਪਣੀ ਰਸਨਾ ਨਾਲ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਨੀਆਂ। ਇਹੀ ਉਹਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ। ਕਰਨੀ ਸੁਣ ਸੁਣ ਜੀਵਿਆ ਭਾਈ। ਹੇ ਭਾਈ, ਉਹ ਆਪਣੇ ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣ ਸੁਣ ਕੇ ਜਿੰਦਾ ਹੈ। ਨਹਿ ਚਲ ਪਾਇਆ ਥਾਉ। ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣ ਸੁਣ ਕੇ ਉਹਨੂੰ ਉਹ ਥਾਂ ਮਿਲ ਗਿਆ ਜਿਹੜਾ ਨਿਸ਼ਚਲ ਹੈ। ਫਿਰ ਬੇਨਤੀ, ਨਿਸ਼ਚਲ ਦਰ ਤੇ ਜਿਹੜਾ ਚਲਾਏ ਮਾਨ ਨਹੀਂ। ਆਪਾਂ ਜਿਸ ਥਾਂ ਤੇ ਬੈਠੇ ਆ, ਜਿਸ ਥਾਂ ਦਾ ਮਤਲਬ ਕੇਵਲ ਮੈਂ ਦੀਵਾਨ ਹਾਲ ਨਹੀਂ ਕਹਿ ਰਿਹਾ, ਜਿੱਥੇ ਵੀ ਇਨਸਾਨ ਬੈਠਾ ਹੈ, ਕਹਿੰਦਾ ਇਹ ਮੇਰਾ ਮੁਕਾਮ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਧਾਮ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਸੇ ਵੀ ਬੰਦੇ ਦਾ ਘਰ ਨਿਸ਼ਚਲ ਨਹੀਂ, ਕਿਸੇ ਦਾ ਵੀ ਮੁਕਾਮ ਨਿਸ਼ਚਲ ਨਹੀਂ। ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਦਿਨ ਰਬ ਚੱਲੇ ਨਿਸ ਸੱਸ ਚੱਲੇ, ਤਾਰ ਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਕਿ ਸੂਰਜ ਦਾ ਮੁਕਾਮ ਸਦਾ ਰਹਿਣਾ, ਚੰਦਰਮਾ ਦਾ ਮੁਕਾਮ ਸਦਾ ਰਹਿਣਾ, ਆ ਤਾਰੇ ਜਿਹੜੇ ਸਿਤਾਰੇ ਦਿਸਦੇ ਨੇ ਦਾ ਰਹਿਣਾ, ਕਿ ਧਰਤੀ ਨੇ ਸਦਾ ਟਿਕੀ ਰਹਿਣਾ। ਇੱਥੋਂ ਤੱਕ ਜੇ ਤਨ ਚੰਦਰਮਾ, ਸੂਰਜ, ਤਾਰੇ, ਸਿਆਰੇ, ਪਹਾੜ, ਸਮੁੰਦਰ, ਇਹਨਾਂ ਸਦਾ ਨਹੀਂ ਰਹਿਣਾ, ਤੇ ਮੇਰਿਆ ਮਨਾ ਤੇਰੀ ਕਿਉਂ ਹਸਤੀ, ਤੂੰ ਸਦਾ ਰਹਿਣਾ।
शेख हयाती जग ना कोई थिर रहा, जिस आसन हम बैठे केते बैस गया। पर एक नेचल थां है, वो नेचल थां मिलती है बंदगी करके, जिन्हों आप जी रोज पढ़ते हो, निज कर महल पावो सुख सहजे, बौर ना होएगो फेरा। नानक बद्धा घर तां जिथे मिरत ना जन्म जरा। महाराज कहते उस प्रभु की बंदगी करके नेचल थां की प्राप्ति की है। जिस पर दीत ना आवई पाई, जिस दे अंदर पार ब्रह्म परमेश्वर की प्रतीत भरोसा नहीं है, सो जीड़ा जल जाओ। जिस अंदर प्रतीत भरोसा नहीं, सतगुरु इतों तक शब्द वरदे वो हिरदा साड़ी क्यों ना जाए, जिन्हों यकीन ही कोई नहीं। प्यारिओ, परमार्थ विच सब तो वड्डी गल भरोसा जे। दास ने एक बार अर्ज की सी, साडी जिहड़ी अरदास रोज़ असी करने आ, जिथे असी रहत मंगने आ, सिੱਖੀ मंगने आ, असी नाम मंगने आ, विवेक मंगने आ, उत्थे गुरु कोल हथ जोड़ के कहने आ कि हे परमेश्वर जी, सतगुरु जी, सानू विसा दान ते भरोसा दान दिओ, सानू यकीन हो जाए, अंदर डोले ना, जिस अंदर प्रतीत ही कोई नहीं। हुण ये भी पाठ भी कर लिया, सिमरन भी कर लिया, अंदर डोली जाता भी परमात्मा है भी कि नहीं, बाणी चो जो लिखा होवेगा कि नहीं। महाराज कहते जो बिन प्रतीति कपटी कूड़ी कूड़ी अखी मीट दे, उनका उतर जाएगा झूठ गुमान। जिस अंदर प्रतीत नहीं, हजूर कहने वो हिरदा सड़ जावे। बहु गुण मेरे साहिब पाई, मेरे पार ब्रह्म परमेश्वर विच बहुत ज्यादा गुण ਹਨ। हूँ तिस कै बल जाओ। बहु गुणा ਦਾ ਜਿਹੜਾ ਮਾਲਕ ਗੁਣ ਨਿਧਾਨ ਗੁਣਵੰਤਾ ਹੈ, मैं उस तो कुर्बान जांदा खां। ਉਹ ਨਿਰਗੁਣਿਆਰੇ ਪਾਲਦਾ ਭਾਈ। ਉਹਦੇ ਬਹੁ ਗੁਣਾ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਜਿਹੜੇ ਬੰਦੇ ਨਿਰਗੁਣ ਨੇ, ਕੋਈ ਗੁਣ ਨਹੀਂ, ਕੋਈ ਅਕਲ ਨਹੀਂ, ਕੋਈ ਬੋਲ ਨਹੀਂ, ਕੋਈ ਕਮਾਈ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਨਿਗੁਣਿਆਂ ਨੂੰ ਵੀ ਪਾਲਦਾ ਹੈ। ਇੱਥੋਂ ਤੱਕ ਜੀ ਉਹ ਤਾਂ ਅਕਿਰਤ ਕਣਾਂ ਨੂੰ ਵੀ ਪਾਲਦਾ ਹੈ। ਮਹਾਰਾਜ ਕਹਿੰਦੇ ਉਹ ਤਾਂ ਇੱਥੋਂ ਤੱਕ कि बंदियां दे गुनाह रोज देखदा पे, दोखन देखत है पर देत नहार है। ओदे बहु गुणा च एक गुण है कि वो निर्गुणा नू पाल रहा है। दे निथावे थाओ। जिस बंदे दी किते भी थां नहीं, वो निथावियां नू थान दिंदा है। रिजक संभाहे सास सास पाई। हे भाई, वो एक एक सवास जीवां नू रिजक रोजी दिंदा है। गूढ़ा जाका नाओ। गूढ़ा जाका नाओ, उस परमात्मा दा जिहड़ा प्रेम हो अत दा गूढ़ा है। गूढ़ा दा अर्थ आपां समझने जी, एक हुंदा फिक्का, एक हुंदा गूढ़ा। गूढ़ा दा अर्थ है जिहड़ा रंग कदी उतरे ना। परमात्मा दा जिहड़ा नाम है, ओदी मुहब्बत है, वो गूढ़ी है, वो फिक्की नहीं, वो टुटन वाली नहीं, वो मुक्कण वाली नहीं। जिस गुर साचा भेटिया पाई। हे भाई, जिस नू सच्चा सतगुरु वाहिगुरु जी मिला देवे, पूरा तिस करमाओ। वो सच ये वे कि ओदे कर्म, ओदे भाग पूर्ण हो गए जिन्हों सतगुरु मिलिया है। इस बिन घड़ी ना जीविया पाई। हे भाई, उस पार ब्रह्म परमेश्वर तो बिना एक घड़ी भी नहीं जीविया जा सकता। सर्व कला भरपूर। वो पार ब्रह्म परमेश्वर जी सर्व कला भरपूर, सारिया शक्तियां नाल मुकम्मल है। सास गिरास ना विसरै पाई। भाई, अरदास है कि परमात्मा मेहर करे, साह लेंदियां भी ना भुले, रोटी खांदियां आवाज थोड़ी घट कर, भी विसल मार रही आवाज। महाराज कहते वो सास गरास परमात्मा की याद ना भुले, साह लेंदियां भी, गराही खांदियां भी ओदी याद रहे। ਵੇਖੋ सदा हजूर। जे ओदा नाम सांस गरास चले
ਤੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਹਮੇਸ਼ਾ ਹਾਜ਼ਰ ਹਜ਼ੂਰ ਸਮਝਾਂ। ਸਾਧੂ ਸੰਗ ਮਿਲਾਇਆ ਭਾਈ। हे ਭਾਈ, ਪਰਮਾਤਮਾ ਨੇ ਕਿਰਪਾ ਕੀਤੀ, ਸਮਰੱਥ ਸਤਿਗੁਰੂ ਸਾਧੂ ਨਾਲ ਮਿਲਾ ਦਿੱਤਾ ਹੈ। ਸਰਬ ਰਹਿਆ ਭਰਪੂਰ। ਉਸ ਸੰਗਤ ਵਿੱਚੋਂ ਸਮਝ ਪੈ ਗਈ ਕਿ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਭਰਪੂਰ ਹੈ। ਜਿਨ੍ਹਾਂ ਪ੍ਰੀਤ ਨਾ ਲੱਗੀਆ ਭਾਈ। ਪੰਚਮ ਸਤਿਗੁਰੂ ਕਹਿੰਦੇ ਨੇ ਭਾਈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤ ਨਹੀਂ ਲੱਗੀ, ਸੇ ਨਿਤ ਨਿਤ ਮਰਦੇ ਝੂਰ। ਪ੍ਰੇਮ ਤੋਂ ਵਿਖੋਣੇ ਜਿਹੜੇ ਬੰਦੇ ਨੇ ਉਹ ਨਿਤ ਨਿਤ ਝੂਰ ਝੂਰ ਕੇ ਮਰਦੇ ਨੇ। ਗੁਰਮੁਖੋ, ਜਿਹਦੇ ਅੰਦਰ ਪ੍ਰੀਤ ਨਹੀਂ ਨਾ, ਵੈਸਾਖ ਧੀਰਨ ਕਿਉ ਵਾਂਢੀਆ, ਜਿਨ੍ਹਾਂ ਪ੍ਰੇਮ ਵਿਛੋ, ਉਹਨਾਂ ਅੰਦਰ ਪ੍ਰੇਮ ਦਾ ਵਿਛੋੜਾ ਪੈ ਗਿਆ। ਨਿਤ ਨਿਤ ਉਹ ਝੂਰ ਝੂਰ ਮਰ ਰਹੇ ਹਨ। ਅੰਚਲ ਲਾਏ ਤਰਾਇਆ ਭਾਈ। ਸਤਿਗੁਰੂ ਜੀ ਇਸ ਅਸ਼ਟਪਦੀ ਦੇ ਅੰਤਲੇ ਪਦੇ ਚ ਹੁਣ ਬਖਸ਼ਿਸ਼ ਕਰਦੇ ਆ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਅੰਚਲ ਲਾ ਕੇ, ਆਪਣੇ ਪੱਲੇ ਲਾ ਕੇ, ਆਪਣੇ ਲੜ ਪਕੜਾ ਕੇ ਸਾਨੂੰ ਤਾਰ ਦਿੱਤਾ ਹੈ। ਭਉ ਜਲ ਦੁਖ ਸੰਸਾਰ। ਤਾਂ ਜਿਹੜਾ ਸੰਸਾਰ ਭਵਜਲ ਹੈ, ਦੁੱਖ ਰੂਪ ਹੈ, ਇਹ ਗੁਰੂ ਪਰਮੇਸ਼ਵਰ ਦਾ ਲੜ ਪਕੜ ਕੇ, ਪੱਲਾ ਪਕੜ ਕੇ, ਅੰਚਲ ਪਕੜ ਕੇ ਪਾਰ ਕਰਾਇਆ ਹੈ। ਹਰ ਕਿਰਪਾ ਨਦਰ ਨਿਹਾਲਿਆ ਭਾਈ। ਉਸ ਪਰਮਾਤਮਾ ਜੀ ਦੀ ਕਿਰਪਾ ਹੋਈ, ਉਹਨਾਂ ਕਿਰਪਾ ਕਰਕੇ ਆਪਣੀ ਨਦਰ ਨਾਲ, ਰਹਿਮਤ ਭਰੀ ਨਦਰ ਨਾਲ ਦੇਖਿਆ ਤੇ ਨਿਹਾਲ ਕਰ ਦਿੱਤਾ। ਨਿਹਾਲ ਦਾ ਅਰਥ ਹੈ ਕਿ ਤਨ ਮਨ ਆਤਮ ਤੌਰ ਤੇ ਤ੍ਰਿਪਤ ਹੋਇਆ। ਕੀਤੋਨ ਅੰਗ ਅਪਾਰ। ਉਸ ਪਰਮਾਤਮਾ ਨੇ, ਅਪਾਰ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਅੰਗ ਕੀਤਾ, ਸਾਡਾ ਪੱਖ ਲਿਆ ਹੈ। ਮਨ ਤਨ ਸੀਤਲ ਹੋਇਆ ਭਾਈ। ਮਨ ਵੀ ਠੰਡਾ ਹੋ ਗਿਆ, ਤਨ ਵੀ ਭਾਈ ਅਤ ਦਾ ਸ਼ੀਤਲ ਹੋਇਆ ਹੈ। ਭੋਜਨ ਨਾਮ ਆਧਾਰ। ਹੁਣ ਜ਼ਿੰਦਗੀ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਭੋਜਨ ਹੀ ਆਧਾਰ ਬਣਾਇਆ ਹੈ। ਨਾਨਕ ਤਿਸ ਸਰਣਾਗਤੀ ਪਾਈ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਇਸ ਅੰਮ੍ਰਿਤ ਬਚਨ ਦੇ ਅੰਤ ਚ ਬਖਸ਼ਿਸ਼ ਕਰ ਰਹੇ ਨੇ ਕਿ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਖਾਂ। ਜੇ ਕਿਲ ਬਿਖ ਕਾਟਣ ਹਾਰ। ਤੇ ਜੋ ਪਰਮਾਤਮਾ ਸਾਡੇ ਕੀਤੇ ਹੋਏ ਗੁਨਾਹ, ਅੱਗ ਜਿਹੜੇ ਨੇ, ਪਾਪ ਨੇ, ਕਿਲ ਵਿਖ ਨੇ, ਉਹਨਾਂ ਨੂੰ ਕੱਟਣ ਵਾਲੇ ਨੇ। ਇਹ ਸਤਿਗੁਰੂ ਮਹਾਰਾਜ ਜੀ ਦੇ ਅੱਜ ਦੇ ਹੁਕਮਨਾਮੇ ਦੇ, ਇਉਂ ਕਹਿ ਲਓ ਜੀ, ਆਪਾਂ ਸਿਰਫ ਅੱਖਰੀ ਵਿਚਾਰ ਹੀ ਕੀਤੀ ਹੈ। ਤੇ ਮੈਂ ਕਥਾ ਦੇ ਆਰੰਭ ਵਿੱਚ ਕਿਹਾ ਸੀ ਵੀ ਜੋ ਇਸ ਸਥਾਨ ਦੀ ਰੋਜ਼ ਦੀ ਮਰਿਆਦਾ ਹੈ, ਉਸ ਅਨੁਸਾਰ ਸਾਡੇ ਵਾਸਤੇ ਅਰਥ ਕਰਨੇ ਲਾਜ਼ਮੀ ਨੇ। ਲੰਬੇਰਾ ਹੁਕਮਨਾਮਾ ਸਤਿਗੁਰਾਂ ਨੇ ਬਖਸ਼ਿਆ ਹੈ। ਅੱਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਹਜ਼ੂਰ ਦਾ ਆਗਮਨ ਗੁਰਪੁਰਬ ਹੈ, ਜਿਨ੍ਹਾਂ ਦੀਆਂ ਸਿਫਤਾਂ ਕਈ ਦਿਨਾਂ ਤੋਂ ਨਿਰੰਤਰ ਆਪਾਂ ਸੁਣਨੇ ਪਏ ਖਾਂ, ਕੀਰਤਨ ਰੂਪ ਵਿੱਚ ਵੀ, ਵਿਚਾਰ ਰੂਪ ਵਿੱਚ ਵੀ, ਔਰ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਤੇੜੇ ਜੋ ਸੰਧਿਆ ਦੇ ਦੀਵਾਨ ਵੀ ਕੀਤੇ ਜਾਂਦੇ ਨੇ, ਗੁਰੂ ਰਾਮਦਾਸ ਦੀਆਂ ਸਿਫਤਾਂ ਹੋ ਰਹੀਆਂ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਨਾਮ ਲੈਂਦਿਆਂ ਹੀ ਬੰਦੇ ਦੇ ਧੁਰ ਅੰਦਰ ਇੱਕ ਭਾਵਨਾ ਪ੍ਰਗਟ ਹੁੰਦੀ ਹੈ। ਹਜ਼ੂਰ ਦਾ ਆਗਮਨ ਆਪਨੇ ਅਰਦਾਸ ਵਿੱਚ ਵੀ ਸੁਣਿਆ, ਤੇ ਕਥਾ ਭਾਵੇਂ ਹਰ ਸਾਲ ਹੁੰਦੀ ਏ, ਪਰ ਅਸੀਂ ਇਤਿਹਾਸ ਦੇ ਉਸ ਪੱਖ ਨੂੰ ਜ਼ਰੂਰ ਸਾਂਝਾ ਕਰਨੇ ਆ ਜਿਹੜਾ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਨਿਰੂਪਣ ਕਰਦਾ ਹੈ। ਸਤਿਗੁਰੂ ਨੇ ਬਾਣੀ 'ਚ ਬਚਨ ਕਿਹਾ, ਜਦੋਂ ਆਪਾਂ ਅੱਜ ਮੰਗਲ ਕੀਤਾ ਕਿ ਪੁਰਬ ਵਾਲੇ ਦਿਨ ਇੱਕ ਤਾਂ ਉਸ ਧਰਤੀ ਨੂੰ ਜ਼ਰੂਰ ਯਾਦ ਕਰ ਜਿਸ ਧਰਤੀ ਦੇ ਉੱਤੇ ਹਜ਼ੂਰ ਦੀ ਆਮਦ ਹੋਈ, ਜਿੱਥੇ ਸਤਿਗੁਰੂ ਦੇ ਚਰਨ ਪੈ ਗਏ, ਉਸ ਧਰਤੀ ਦਾ ਸੋਕਾ ਚੁੱਕ ਗਿਆ, ਉਸ ਦੀ ਖੁਸ਼ਕੀ ਚੁੱਕੀ ਗਈ। ਸੱਚ ਇਹ ਵੀ ਉੱਥੇ ਰੂਹਾਨੀਅਤ ਦੀ ਖਰਿਆਵਲ ਆ ਗਈ ਹੈ। ਦੂਜੀ ਗੱਲ, ਜਿਨ੍ਹਾਂ ਨੇ ਸਤਿਗੁਰੂ ਦੇ ਦੀਦਾਰ ਕੀਤੇ, ਉਹਨਾਂ ਬੰਦਿਆਂ ਦੇ ਅੰਦਰ ਵੀ ਖਰਾਵਲ ਆ ਗਈ। ਫਿਰ ਅੱਗੇ ਬਚਨ ਕਰਦੇ ਨੇ ਵੀ ਪੁਰਬ ਵਾਲੇ ਦਿਨ ਕਿੰਨਾ ਕਿੰਨਾ ਨੂੰ ਆਪਾਂ ਧੰਤਾ ਜੋਗ ਕਹਿਣਾ ਹੈ, ਕਿਉਂਕਿ ਉਸ ਵਿੱਚ ਹਜ਼ੂਰ ਨੇ ਜਨਮ ਦਾ ਜ਼ਿਕਰ ਕੀਤਾ ਹੈ ਤੇ ਬਚਨ ਵੀ ਗੁਰੂ ਰਾਮਦਾਸ ਦਾ ਹੈ। ਸਾ ਧਰਤੀ ਭਈ ਹਰਿਆਵਲੀ,
ਉਹ ਧਰਤੀ ਖਰਿਆਵਲੀ ਹੋ ਗਈ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰੇ ਸਤਿਗੁਰੂ ਜੀ ਆ ਕੇ ਬੈਠ ਗਏ, ਨਿਵਾਸ ਕੀਤਾ, ਉਹ ਸੱਚਮੁੱਚ ਧਰਤੀ ਖਰਿਆਵਲੀ ਹੋ ਗਈ। ਸਤ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਅਗਲੇ ਬਚਨ ਨੇ ਸੇ ਦਾ ਅਰਥ ਹੈ ਉਹ, ਸੇ ਜੰਤ ਪਏ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਨ੍ਹਾਂ ਨੇ ਜਾ ਕੇ ਗੁਰੂ ਦੇ ਦੀਦਾਰ ਕੀਤੇ, ਸਤਿਗੁਰੂ ਦੇ ਦਰਸ਼ਨ ਕੀਤੇ, ਉਹ ਜੰਤ ਵੀ ਖਰਿਆਵਲੇ ਨੇ। ਅੱਗੇ ਮਹਾਰਾਜ ਕਹਿੰਦੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਕਿਉਂਕਿ ਅੱਜ ਸਤਿਗੁਰਾਂ ਦਾ ਆਗਮਨ ਪੁਰਵਕ ਹੈ, ਇਸ ਕਰਕੇ ਤੁਕ ਧੰਨ ਧੰਨ ਪਿਤਾ। ਤੇ ਇਹ ਬਚਨ ਵੀ ਗੁਰੂ ਰਾਮਦਾਸ ਜੀ ਨੇ ਜਿਹੜੇ ਆਪਾਂ ਅਰਥ ਕਰਨੇ, ਧੰਨ ਧੰਨ ਪਿਤਾ, ਉਹ ਪਿਤਾ ਜੀ ਧੰਤਾ ਜੋਗ ਨੇ। ਗੁਰੂ ਦਾ ਪਿਤਾ ਵੀ ਧੰਨ ਹੈ, ਉਹ ਕੁਲ ਵੀ ਧੰਤਾ ਜੋਗ, ਜਿਸ ਕੁਲ ਵਿੱਚ ਗੁਰੂ ਆਏ। ਤੇ ਗੁਰਮਖੋ ਉਸ ਮਾਂ ਨੂੰ ਵੀ ਧੰਤਾ ਜੋ ਕਿਹਾ, ਜਿਸ ਮਾਂ ਦੀ ਕੁੱਖ ਰਾਹੀਂ ਗੁਰੂ ਦਾ ਅਵਤਰਨ ਹੋਇਆ ਹੈ, ਆਗਮਨ ਹੋਇਆ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਸਨਮਾਨਯੋਗ ਪਿਤਾ ਜੀ, ਉਹਨਾਂ ਦਾ ਨਾਮ ਹੈ ਬਾਬਾ ਹਰਦਾਸ ਜੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ। ਜਦੋਂ ਅਸੀਂ ਪਾਠ ਕਰਨੇ ਆ, ਭੱਟਾਂ ਨੇ ਔਰ ਰਬਾਬੀਆਂ ਨੇ ਵੀ ਖਾਸ ਕਰਕੇ ਗੁਰੂ ਪਿਤਾ ਦਾ ਜ਼ਿਕਰ ਵੀ ਕੀਤਾ ਹੈ। ਅਸੀਂ ਪੜ੍ਹਨੇ ਆ, ਬਾਬਾ ਤੇਜਭਾਨ ਜੀ ਦਾ ਜ਼ਿਕਰ ਭੱਟ ਜੀ ਕਰਦੇ ਆ, ਫਿਰਨਸ਼ੀ ਬਾਬਾ ਫੇਰੂ ਜੀ ਦਾ ਜ਼ਿਕਰ ਕੀਤਾ ਜਾਂਦਾ ਹੈ। ਤੇ ਰਬਾਬੀ ਤਾਂ ਸ਼ਬਦ ਵੀ ਵਰਤਦੇ ਆ, ਫੇਰ ਵਸਾਇਆ ਫੇਰੂਆਨ ਸਤਿਗੁਰੂ ਖਾਡੂਰ। ਧੰਨ ਧੰਨ ਪਿਤਾ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਧੰਨ ਧੰਨ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਨੇ। ਪਹਿਲੀ ਬੇਨਤੀ ਧੰਨ ਧੰਨ ਪਿਤਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗੁਰੂ ਰਾਮਦਾਸ ਦੀ ਸਿਫਤ ਕੀਤੀ, ਅਸੀਂ ਭਾਵੇਂ ਸ਼ਬਦ ਵਰਤਨੇ ਆ ਬਾਬਾ ਹਰਦਾਸ ਜੀ। ਅੱਜ ਅਰਦਾਸ ਵਿੱਚ ਵੀ ਆਪਾਂ ਪੜ੍ਹਿਆ ਸੁਣਿਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਨੇ ਆ, ਉੱਥੇ ਫਿਰ ਭੱਟ ਜੀ ਕਹਿੰਦੇ ਠਾਕੁਰ ਹਰਦਾਸ ਜੀ। ਇੱਕ ਪਦਵੀ ਹੈ ਬੜੀ ਉੱਚੀ, ਠਾਕੁਰ ਹਰਦਾਸ ਜੀ। ਧੰਨ ਧੰਨ ਪਿਤਾ ਤੋਂ ਮੁਰਾਦ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਸਨਮਾਨਯੋਗ ਬਾਬਾ ਹਰਦਾਸ ਜੀ, ਜਿਨ੍ਹਾਂ ਬਾਰੇ ਭੱਟ ਜੀ ਕਹਿੰਦੇ ਨੇ ਕਵ ਕੱਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਭਰੇ। ਸ਼ਬਦ ਵਰਦੇ ਪਏ ਨੇ ਠਾਕੁਰ ਹਰਦਾਸ ਦਾ ਪੁੱਤਰ, ਤਨੇ ਦਾ ਅਰਥ ਕਰਾਂਗੇ ਬੇਟਾ। ਧੰਨ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਆ। ਭੱਟ ਕਹਿੰਦੇ ਨੇ ਬਾਬਾ ਹਰਦਾਸ ਜੀ ਠਾਕੁਰ ਹਰਦਾਸ ਦਾ ਪੁੱਤਰ, ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਲਾ ਹੈ। ਪਹਿਲੀ ਸਿਰ ਮੇਰੀ ਬੇਨਤੀ ਹੈ ਜੀ, ਧੰਨ ਧੰਨ ਪਿਤਾ। ਅੱਗੇ ਹੈ ਧੰਨ ਧੰਨ ਕੁਲ। ਉਹ ਕੁਲ ਹੈ ਸੋਢੀਆਂ ਦੀ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਇਆ। ਸੋਢੀ ਸਿੱਖ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਗੁਰਮਖੋ ਉਸ ਕੁਲ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਧੰਨ ਪਿਤਾ ਬਾਬਾ ਹਰਦਾਸ ਜੀ, ਧੰਨ ਧੰਨ ਕੁਲ ਸੋਢੀ ਕੁਲ। ਤੇ ਤੀਸਰੀ ਬੇਨਤੀ ਧੰਨ ਧੰਨ ਸੋ ਜਨਨੀ। ਧੰਤਾ ਜੋਗ ਹੈ ਉਹ ਮਾਤਾ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਸਨਮਾਨਯੋਗ ਮਾਤਾ ਦਇਆ ਕੌਰ ਜੀ ਦਿੱਤਾ ਹੋਇਆ ਹੈ। ਪਿਤਾ ਜੀ ਧੰਤਾ ਜੋਗ, ਕੁਲ ਧੰਤਾ ਜੋਗ, ਤੇ ਸਨਮਾਨਯੋਗ ਮਾਤਾ ਦਇਆ ਕੌਰ ਜੀ ਧੰਤਾ ਜੋਗ, ਜਿਨ ਗੁਰੂ ਜਣਿਆ ਮਾਏ। ਅੱਗੇ ਫਿਰ ਕਹਿੰਦੇ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਧੰਨ ਧੰਨ ਰਾਮਦਾਸ ਗੁਰ। ਗੁਰੂ ਧੰਤਾ ਜੋਗ। ਫਿਰ ਬੇਨਤੀ ਹੈ ਗੁਰੂ ਨੂੰ ਵੀ ਧੰਨ ਕਹਿਣਾ। ਅੱਗੇ ਮੈਂ ਅਰਜ਼ ਕਰਾਂਗਾ ਇਹ ਇਸ ਕਰਕੇ ਕਿਉਂਕਿ ਅਸੀਂ ਸ਼ੁਰੂਆਤ ਕੀਤੀ ਮਹਾਰਾਜ ਜੀ ਦੇ ਆਗਮਨ ਤੋਂ। ਗੁਰੂ ਰਾਮਦਾਸ ਜੀ ਦਾ ਆਪਣਾ ਇੱਕ ਬਚਨ ਹੈ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਮਹਾਰਾਜ ਕਰਨ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿਠਾ ਤਿਨਾ ਲੈ ਛਡਾਏ। ਗੁਰਮਖੋ ਗੁਰੂ ਧੰਤਾ ਜੋਗ, ਜਿਨੇ ਆਪ ਬੰਦਗੀ ਇਬਾਦਤ ਨਾਮ ਜਪਿਆ, ਤੇ ਜਿਨੇ ਗੁਰੂ ਨੂੰ ਦੇਖਿਆ ਉਹਨੂੰ ਵੀ ਮਹਾਰਾਜ ਨੇ ਸਦਾ ਲਈ ਮੌਤ ਤੋਂ, ਜਮਾ ਤੋਂ, ਵਿਕਾਰਾਂ ਤੋਂ ਛੁਡਾ ਦਿੱਤਾ। ਇਹ ਧਰਤੀ ਸੀ ਜੀ ਲਾਹੌਰ ਦੀ। ਕਿਉਂਕਿ ਧਰਤੀ ਲਾਹੌਰ ਦੀ ਹੈ, ਮੈਂ ਕਿੱਥੇ ਬੇਨਤੀ ਕਰਨੀ ਚਾਹਨਾ।
मैं भुल्ला ना गुरु ग्रंथ साहिब विच लाहौर शब्द 2 वारी आया है। याद रखियो, एक वारी गुरु नानक साहब ने वरत्या ते एक वारी धन गुरु अमरदास जी ने वरत्या है। असी जदों हजूर दे वारां ते वधीक पाठ करने आ, उस विच बचन आउंदा है लाहौर शहर जहर कहर सवा पैर। ये धन गुरु नानक साहब जी दे बोल ने। मैं थोड़ी जी इत्थे बेनती करांगा, जे अर्थ चंगे लगे फिर अर्ज है। ਇਹਦੇ अर्थ साडे गुरमुख विद्वान यही करते आ कि जदों गुरु नानक साहब लाहौर गए आ, लाहौर की धरती ते ਜਿਹੜਾ सवा पैर रात ਰਹਿੰਦਿਆਂ परमात्मा की बंदगी करन दा वेला सी, इबादत दा वेला सी, उस वक्त उत्ते कहर हुंदा है। अपने जीव दे स्वाद दी लई सवेरे सवेरे जीव घात कीता जांदा है। कोई सज्जना ने इनू बाबर दे हमले नाल संबंधित जान के भी अर्थ कीते। फिर भी बेनती है कि जिहड़ा जहर कहर सवा पैर कह उत्थे कुछ वापर रहा है। भावें वो पशु रूप च कह रहे ने, भावें हमला होया, पर इत्थे सतगुरु गुरु नानक साहब कहते लाहौर वो शहर, लाहौर शहर जहर कहर सवा पहर, जिथे जहर वरद है कहर हो रहा है। अगे गुरु अमरदास का बचन है लाहौर शहर अमृतसर सिफती दा घर। मैं इत्थे थोड़ी जी अर्ज करांगा, ये नहीं कि जो अर्थ मैं कर लगा भी ये कहिए भी ये बिल्कुल यही मुकम्मल ने। मैनू पता है भी साडे गुरमुख विद्वान अर्थ करते आ लाहौर शहर जिथे जहर कहर वरतदा है। गुरु अमरदास जी ने कहा कि गुरु रामदास जी दे आगमन दे नाल सच्ची मुच्ची अमृतसर उस सिफती दा घर बन गया है। इत्थे मेरी एक बेनती है, एक तां याद रखो कि गुरु समर्थ ने गुरु आउण वाले समय की बात पहला ही दसदे पे ने। ते जे इहदे अर्थ यूं कर ले जान कि लाहौर सिर्फ एक शहर है, ते गुरु अमरदास कह रहे ने आउण वाले से एक शहर वसेगा अमृतसर सिफती दा घर, जिथे हमेशा अठे पैर परमात्मा की सिफत होगी। अमृतसर थोड़ी जी इस बेनती नूं कि जे असीं कहीए जी उदों तां जे मोड़ी गड्डी सी, पहला नाम चक गुरु का चक, फिर इत्थे रामदासपुर, फिर सुधासर, फिर अमृतसर। मेरी हथ जोड़ के गुरमुख बेनती है, जे गुरु अर्जुन देव, कल शायद मैं परसों क्या, गुरु अर्जुन देव बाल वरेस विच खेडदे पे आ, ते जदों नाने गुरु दी पलंग नूं हथ पांदे ते पलंग हिलदा है, ते महाराज आवाज दे के कहंदे ये कौन है पुरख भारी जिन्ने मंजी साडी खलाई सारी। ते बीबी भानी जी कहंदे पिता जी ये छोटा दोहता जे दोहता, गुरमुखो गोद च लैके कहंदे भानीए ये इकल्ला दोहता नहीं, ये दोहता बाणी का बोहता। मैं इस हिसाब नाल बेनती कर लगा। हालां गुरु रामदास ने 7 साल गुरता गद्दी ते असीन रहना है, फिर अर्ज है गुरु अर्जुन देव जी ने उस तो बाद बनना है, फिर गुरबाणी उचारण करनी है। पर उन्होंने बाल उम्र विच गुरु अमरदास कह रहे ने इकल्ला दोहता नहीं, दोहता बाणी का बोहता है। ते जे गुरु सम्राट हिस्टरी विच ये गल कहिंदे आ ते बाणी विच भी जे इउं कहिए लाहौर केवल शहर ही है, पर गुरु अमरदास कहने इहो जिहा शहर वसेगा जिहड़ा अमृतसर सिफती दा घर होवेगा। मैं अमृतसर बेनती कर रहा, अमृतसर जिथे सरोवर की गल हो रही है। धन गुरु रामदास महाराज जी का आगमन सन 1534 नूं होया है। थोड़ा जिहा क्योंकि ये जरूरी है, भावें हर साल असीं करने हैं। उस वक्त गुरु नानक साहब महाराज जिहड़े ने सच्चे पातशाह वो करतारपुर सन जदों गुरु रामदास का आगमन होया। फिर बेनती है 1534 नूं गुरु रामदास का आगमन होया। गुरु नानक साहब उदों करतारपुर टिके आ ते गुरु नानक साहब की आरबला उस वेले 65 साल की है। गुरु नानक साहब की, गुरु अमरदास महाराज जी की उम्र जिहड़ी उस वेले 55 साल की है जदों गुरु रामदास महाराज का आगमन हुंदा है। तीसरा कि गुरु अंगद देव सच्चे पातशाह महाराज उन्हां दी उम्र उस वेले 30 साल की है जदों गुरु रामदास का आगमन हुंदा है। 2 साल उन्होंने हो चुके ने करतारपुर की धरती ते गया सेवा करते हैं। मैं फिर बेनती करांगा कि देखो गुरु नानक साहब ते भाई लहणा जी गुरु अंगद साहब करतारपुर ने, अमरदास जिन्हां ने सतगुरां बनना है
ਉਹ ਬਾਸਰ ਕੇ ਧਰਤੀ ਤੇ ਤੀਰਥ ਯਾਤਰਾ ਵਿੱਚ ਉਹ ਆਪ ਅਜੇ ਤੁਰੇ ਜਾ ਰਹੇ ਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਲਾਹੌਰ ਦੀ ਧਰਤੀ ਤੇ ਹੋਇਆ 1534 ਨੂੰ, ਜੋ ਸਾਡਾ ਇਤਿਹਾਸ ਕਹਿੰਦਾ ਹੈ। ਤੇ ਉਸ ਅਸਥਾਨ ਦੇ ਆਪਾਂ ਨੇ ਦਰਸ਼ਨ ਵੀ ਕੀਤੇ, ਜਿਹੜਾ ਅਸਥਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਅਸਥਾਨ ਹੈ। ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਵੱਲੋਂ ਉਹ ਇਮਾਰਤ ਬਣਵਾਈ ਗਈ ਸੀ, ਜਿਹੜੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ। ਉਹ ਬਿਲਡਿੰਗ ਸ਼ੇਰੇ ਪੰਜਾਬ ਵੱਲੋਂ ਬਣਾਈ ਗਈ। ਤੇ ਜਦੋਂ ਆਪਾਂ ਜਨਮ ਅਸਥਾਨ ਵਾਲੀ ਜਗ੍ਹਾ ਅੰਦਰ ਮੱਥਾ ਟੇਕਨੇ ਆ, ਤੇ ਉਹ ਜਨਮ ਅਸਥਾਨ ਉਹਦੀ ਬੰਤਰ ਬਿਲਕੁਲ ਇਸੇ ਤਰ੍ਹਾਂ ਜਿਵੇਂ ਹਰਮੰਦਰ ਸਾਹਿਬ ਦੀ ਹੈ। ਅੰਦਰ ਦੀ ਬੰਤਰ ਜਿਹੜੀ ਹੈ ਸ਼ੇਰੇ ਪੰਜਾਬ ਨੇ, ਜਿਵੇਂ ਹਰਮੰਦਰ ਸਾਹਿਬ ਨੂੰ ਆਪਾਂ ਅੰਦਰੋਂ ਦੇਖਨੇ ਆ। ਇੱਥੇ ਮਾਤਾ ਦਇਆ ਕੌਰ ਜੀ, ਇਤਿਹਾਸਕਾਰ ਕਹਿੰਦੇ ਨੇ ਕਿ 2 ਸਾਲ ਦੀ ਉਮਰ ਹੋਈ ਰਾਮਦਾਸ ਸਤਿਗੁਰੂ ਦੀ। ਚਲੋ ਮੈਂ ਰਾਮਦਾਸ ਸਤਿਗੁਰੂ ਹਰ ਸਾਲ ਵਰਤਣਾ ਹੁਣ, ਕਿਉਂਕਿ ਅਸੀਂ ਭਾਵੇਂ ਜੇਠਾ ਸ਼ਬਦ ਵਰਤਦੇ ਰਹੇ ਹਾਂ, ਮੈਂ ਫਿਰ ਵੀ ਬੇਨਤੀ ਕਰਾਂਗਾ, ਅਸੀਂ ਪੁਰਬ ਗੁਰੂ ਰਾਮਦਾਸ ਦਾ ਮਨਾ ਰਹੇ ਹਾਂ। 2 ਸਾਲ ਦੀ ਉਮਰ ਹੈ ਤੇ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ ਨੇ। 7 ਸਾਲ ਦੀ ਉਮਰ ਹੋਈ ਤੇ ਸਨਮਾਨਯੋਗ ਪਿਤਾ ਬਾਬਾ ਖਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। ਪਹਿਲਾਂ ਮਾਤਾ ਜੀ ਚਲੇ ਗਏ, ਫਿਰ ਪਿਤਾ ਜੀ ਅਕਾਲ ਚਲਾਣਾ ਕਰ ਗਏ। ਤੇ ਮੈਂ ਬੇਨਤੀ ਕਰਾਂ, ਉਸ ਲਾਹੌਰ ਦੀ ਧਰਤੀ ਤੇ ਨਾਨੀ ਨੇ ਜਾ ਕੇ ਦੋਤੇ ਨੂੰ ਸੰਭਾਲਣਾ ਸ਼ੁਰੂ ਕੀਤਾ। ਘੁੰਗਣੀਆਂ ਦਾ ਜ਼ਿਕਰ ਕੁਝ ਵਿਦਵਾਨ ਲਾਹੌਰ ਦਾ ਵੀ ਕਰਦੇ ਆ, ਪਰ ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ, ਚਾਹੇ ਤੁਸੀਂ ਬਾਸਰ ਕੇ ਪਿੰਡ ਕਹੋ ਚਾਹੇ ਗੋਇੰਦਵਾਲ ਕਹੋ, ਜੇ ਲਾਹੌਰ ਦੀ ਗੱਲ ਵੀ ਕਰੀਏ, ਇਹਦਾ ਮਤਲਬ ਕੋਈ ਜ਼ਿਆਦਾ ਵੱਡਾ ਬਿਜ਼ਨਸ ਨਹੀਂ, ਕੋਈ ਜ਼ਮੀਨ ਜਾਇਦਾਦ ਯਾਦੀ ਨਹੀਂ। ਜਿਹੜਾ ਬੱਚਾ ਘੁੰਗਣੀਆਂ ਵੇਚ ਕੇ ਆਪਣੀ ਉਦਰ ਪੂਰਤੀ ਕਰ ਰਿਹਾ, ਉਹਦੇ ਕੋਲ ਹੋਰ ਰੋਜ਼ੀ ਦਾ ਕੋਈ ਸਾਧਨ ਨਹੀਂ ਹੋਵੇਗਾ। ਇਸ ਨੁਕਤੇ ਨੂੰ ਕਿਉਂਕਿ ਸੁਣਾਉਂਦੇ ਅਸੀਂ ਸਾਰੇ ਹਾਂ ਕਿ ਮਹਾਰਾਜ ਨੇ ਘੁੰਗਣੀਆਂ ਵੇਚੀਆਂ, ਇਹਦਾ ਮਤਲਬ ਕਿ ਹੋਰ ਕੋਈ ਸਾਧਨ ਨਹੀਂ, ਮਾਤਾ ਪਿਤਾ ਸਿਰ ਤੇ ਨਹੀਂ। ਤੇ ਨਾਨੀ ਜਿਹੜੀ ਉਹ ਘੁੰਗਣੀਆਂ ਉਬਾਲਦੀ ਹੈ, ਤੇ ਦੋਤਾ ਜਿਹੜਾ ਖੋਕਾ ਦੇ ਕੇ ਘੁੰਗਣੀਆਂ ਵੇਚਦੇ ਪਏ ਨੇ। ਪਰ ਸ਼ਰੀਕਾ ਬਰਾਦਰੀ ਉੱਥੇ ਸੀ। ਫਿਰ ਬੇਨਤੀ ਸੁਣੋ, ਮੈਂ ਇੱਕ ਵਾਰ ਕਿਹਾ ਸੀ, ਇਸ ਦੁਨੀਆ ਦੀ ਸਚਾਈ ਤੋਂ ਕਦੀ ਅੱਖਾਂ ਨਾ ਮੀਟਿਓ। ਇਹ ਜਿੰਨੀਆਂ ਭੀੜਾਂ ਰਿਸ਼ਤੇ ਦੀਆਂ ਹੁੰਦੀਆਂ ਨੇ ਖੂਨ ਦੀਆਂ, ਤਕਰੀਬਨ ਇਹ ਭੀੜਾਂ ਦੌਲਤ ਨੂੰ ਦੇਖ ਕੇ, ਸਾਧਨਾ ਤੇ ਸੁੱਖ ਨੂੰ ਦੇਖ ਕੇ ਬਣਦੀਆਂ ਨੇ। ਉਂਝ ਮੁਹੱਬਤ ਕਰਨ ਵਾਲਾ ਕੋਈ ਟਾਮਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ, ਚਾਨਣ ਵਿੱਚ ਤੁਰੋ ਤੇ ਪਰਛਾਵਾਂ ਨਾਲ ਤੁਰਦਾ ਹੈ। ਚਾਨਣ 'ਚ ਤੁਰੋਗੇ ਤਨ ਦਾ ਪਰਛਾਵਾਂ ਚੱਲੇਗਾ, ਹਨੇਰੇ ਵਿੱਚ ਜਾ ਕੇ ਦੇਖੋ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੁੰਦਾ। ਜਿੰਨੀ ਦੇਰ ਤੱਕ ਬੰਦੇ ਕੋਲ ਸੁੱਖ ਹੈ, ਸੁੱਖ ਦੇ ਚਾਨਣ ਵਿੱਚ ਬੜੇ ਪਰਛਾਵੇਂ ਤੁਹਾਨੂੰ ਸਾਰੀ ਜ਼ਿੰਦਗੀ ਟੱਕਰਨਗੇ। ਜਿੱਦਣ ਕਿਤੇ ਹਨੇਰੇ ਦਾ, ਦੁੱਖ ਦਾ ਹਨੇਰਾ, ਗਰੀਬੀ ਦਾ ਹਨੇਰਾ ਆ ਗਿਆ, ਜਿਹੜੇ ਪਰਛਾਵੇਂ ਸਾਥ ਦਿੰਦੇ ਸਨ, ਇੱਕ ਖਿੰਨ ਵਿੱਚ ਸਾਰੇ ਮੂੰਹ ਮੋੜ ਜਾਣਗੇ। ਹੁਣ ਜਦੋਂ ਅਸੀਂ ਪੜ੍ਹਨੇ ਆ ਕਿ ਗੁਰਦੇਵ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤੇ ਤਾਏ ਦਾ ਪੁੱਤ ਫਿਰ ਅਪਰੋਚ ਕਰਦਾ ਹੈ। ਮੈਂ ਇਹ ਨਹੀਂ ਕਿ ਉਹਦੀ ਸ਼ਰਧਾ ਤੇ ਕੋਈ ਸ਼ੱਕ ਕਰ ਰਿਹਾ, ਇਹਦਾ ਮਤਲਬ ਉਹ ਪਰਿਵਾਰ ਪਹਿਲਾਂ ਲਾਹੌਰ ਮੌਜੂਦ ਨੇ। ਅੱਜ ਗੁਰਤਾ ਗੱਦੀ ਤੇ ਸੀਨ ਹੋਣ ਤਾਂ ਕਹਿੰਦੇ ਨੇ ਤੁਸੀਂ ਚਰਨ ਪਾਓ, ਤੁਹਾਡੇ ਆਉਣ ਨਾਲ ਸਾਡੇ ਇਸ ਕਾਰਜ ਦੀ ਸ਼ੋਭਾ ਹੋਰ ਹੋਵੇਗੀ ਜਿੱਥੇ ਗੁਰੂ ਅਰਜੁਨ ਦੇਵ ਜੀ ਨੂੰ ਭੇਜਿਆ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਨਾਨੀ ਆਪਣੇ ਦੋਤਰੇ ਨੂੰ ਲੈ ਕੇ ਬਾਸਰ ਕੇ ਪਿੰਡ ਆ ਗਈ ਹੈ। ਇੱਥੇ ਥੋੜੀ ਜੀ ਅਰਜ਼ ਮੈਂ ਹੋਰ ਕਰਦੇ ਆ। ਇੱਕ ਬੰਸਾਵਲੀ ਨਾਮਾ ਉਹਦਾ ਕਈ ਵਾਰੀ ਜ਼ਿਕਰ ਕਰਦੇ ਆ, ਕਈ ਵਾਰੀ ਕੋਈ ਪੁੱਛ ਲੈਂਦੇ ਆ। ਇੱਕ ਭਰਾ ਤੇ ਭੈਣ ਦਾ ਜ਼ਿਕਰ ਵੀ ਕਰਦੇ ਆ ਗੁਰੂ ਸਾਹਿਬ ਜੀ ਦਾ, ਪਰ ਜ਼ਿਆਦਾ ਸਾਨੂੰ ਮਿਲਦਾ ਨਹੀਂ ਕਿਤੇ ਹਿਸਟਰੀ 'ਚ। ਸਤਿਗੁਰੂ ਬਾਸਰ ਕੇ ਪਿੰਡ ਆ ਗਏ। ਇਹ ਪਿੰਡ ਬਾਸਰ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਹੈ। ਜਦੋਂ ਮਹਾਰਾਜ ਆਪਣੀ ਨਾਨੀ ਨਾਲ ਇੱਥੇ ਆਏ, ਕਹਿੰਦੇ ਨੇ ਕਿ ਗੁਰੂ ਅਮਰਦਾਸ ਵੀ ਇਹਨਾਂ ਦੇ ਘਰ ਗਏ। ਬਾਬਾ ਅਮਰਦਾਸ ਜੀ ਉਦੋਂ ਇਹਨਾਂ ਦੇ ਘਰ ਗਏ, ਇਸ ਬੱਚੇ ਨੂੰ ਦੇਖਿਆ, ਅਸੀਸਾਂ ਦਿੱਤੀਆਂ। ਗੋਇੰਦਵਾਲ ਸ਼ਹਿਰ ਜਿਹੜਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਤੇ ਵਸਾਇਆ। ਜਦੋਂ ਗੋਇੰਦਵਾਲ ਘੁੱਗ ਵਸਿਆ ਤੇ ਉਸ ਸ਼ਹਿਰ ਬਾਰੇ ਭੱਟਾਂ ਨੇ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਭਾਈ ਗੁਰਦਾਸ ਨੇ ਲਿਖਿਆ, ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ। ਇਸ ਗੋਇੰਦਵਾਲ ਦੀ ਧਰਤੀ ਤੇ ਹੀ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਸੇਵਾ ਸ਼ੁਰੂ ਕੀਤੀ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਤਕਰੀਬਨ 20-21 ਸਾਲ ਦਾ ਸਮਾਂ ਬਣਦਾ ਹੈ ਗੁਰੂ ਰਾਮਦਾਸ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਕਰਨ ਦਾ। ਉੱਥੇ ਹਜ਼ੂਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਆਪਣੇ ਹੱਥੀ ਝਾੜੂ ਲਾਣਾ, ਭਾਂਡੇ ਮਾਂਜਣੇ, ਸੰਗਤ ਵਿੱਚ ਆਪ ਹੱਥੀ ਸੇਵਾ ਕਰਨੀ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਤ ਦੀ ਪ੍ਰਸੰਨਤਾ ਇਹਨਾਂ ਦੇ ਉੱਪਰ ਹੋਣ ਲੱਗੀ, ਸੇਵਾ ਕਰ ਰਹੇ ਨੇ। ਸਾਡਾ ਇਤਿਹਾਸ ਕਹਿੰਦਾ ਹੈ ਕਿ ਸਨਮਾਨਯੋਗ ਮਾਤਾ ਮਨਸਾ ਦੇਵੀ ਨੇ ਇੱਕ ਦਿਨ ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਮਹਾਰਾਜ ਜੀ, ਕਿ ਆਪਣੀ ਭਾਨੀ ਜਿਹੜੀ ਹੈ ਸਨਮਾਨਯੋਗ ਬੀਬੀ ਭਾਨੀ ਜੀ, ਮੈਂ ਕਹਿੰਦਾ ਉਹਨਾਂ ਦੀ ਕਮਾਈ ਵੀ ਨਮਸਕਾਰ। ਗੁਰੂ ਰਾਮਦਾਸ ਸਤਿਗੁਰੂ ਤੇ ਉਹਨਾਂ ਦੇ ਮਹਿਲ ਬੀਬੀ ਭਾਨੀ, ਗੁਰਮੁਖੋ ਉਹ ਉਹਨਾਂ ਦੇ ਪਿਤਾ ਗੁਰੂ ਬੀਬੀ ਭਾਨੀ ਜੀ ਦੇ ਧੰਨ ਗੁਰੂ ਅਮਰਦਾਸ ਜੀ, ਉਹਨਾਂ ਦੇ ਪਤੀ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਪਿਤਾ ਗੁਰੂ ਧੰਨ ਗੁਰੂ ਅਮਰਦਾਸ, ਪਤੀ ਗੁਰੂ ਧੰਨ ਗੁਰੂ ਰਾਮਦਾਸ, ਉਸ ਤੋਂ ਬਾਅਦ ਪੁੱਤਰ ਗੁਰੂ, ਪੋਤਰਾ ਗੁਰੂ, ਸੱਚੀ ਮੁੱਚੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ। ਉਹਨਾਂ ਨੇ ਬਿਲਕੁਲ ਖੂਨ ਦਾ ਰਿਸ਼ਤਾ ਜਾਣ ਕੇ ਨਹੀਂ, ਗੁਰੂ ਅਮਰਦਾਸ ਨੂੰ ਸਮਰੱਥ ਸਤਿਗੁਰੂ ਜਾਣ ਕੇ ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਨੇ ਸੇਵਾ ਕੀਤੀ। ਪਰ ਉਹ ਘਟਨਾ ਕਿਤਨੀ ਸਵਾਦਲੀ ਹੈ। ਪਰਿਵਾਰ ਦਾ ਕੋਈ ਜੀ ਨਹੀਂ ਉੱਥੇ, ਗੁਰੂ ਰਾਮਦਾਸ ਇਕੱਲੇ ਨੇ ਨਾ, ਕੋਈ ਚਾਚਾ, ਕੋਈ ਤਾਇਆ, ਕੋਈ ਬਾਕੀ ਖੂਨ ਦਾ ਰਿਸ਼ਤਾ ਕੋਈ ਨਹੀਂ। ਸਿਰਫ ਗੁਰੂ ਅਮਰਦਾਸ ਦੀ ਕਿਰਪਾ ਲੈਣ ਲਈ ਸੇਵਾ ਕਰੀ ਜਾ ਰਹੇ ਆ। ਤੇ ਅੱਜ ਮਾਤਾ ਮਨਸਾ ਦੇਵੀ ਜੀ ਕਹਿੰਦੇ ਆ ਗੁਰੂ ਅਮਰਦਾਸ ਜੀ ਨੂੰ ਕਿ ਆਪਣੀ ਭਾਨੀ ਵਰਨ ਜੋਗ ਵਿਆਹਣ ਜੋਗ ਹੈ, ਕੋਈ ਚੰਗਾ ਜੋਗ ਵਰ ਲੱਭੋ। ਚੰਗਾ ਜੋਗ ਵਰ ਲੱਭ ਕੇ ਇਹਨੂੰ ਉਹਦੇ ਲੜ ਲਾਈਏ। ਹੁਣ ਗੋਇੰਦਵਾਲ ਸਾਹਿਬ ਜਾਓ ਤੁਸੀਂ ਤੇ ਉੱਥੇ ਗੁਰਮੁਖ ਦੱਸਦੇ ਸਨ, ਸਾਹਮਣੇ ਖੂਹ ਹੈ ਚਬਾਰੇ ਦੇ ਕੋਲ, ਉੱਥੋਂ ਦੀ ਤਵਾਰੀ ਕਹਿੰਦੀ ਹੈ ਕਿ ਮਹਾਰਾਜ ਉੱਥੇ ਜਲ ਛਕਾ ਰਹੇ ਸਨ ਗੁਰੂ ਰਾਮਦਾਸ। ਕਈ ਇਤਿਹਾਸਕਾਰ ਟੋਕਰੀ ਚੁੱਕਣ ਦੀ ਗੱਲ ਕਰਦੇ ਆ, ਪਰ ਗੱਲ ਭਾਵੇਂ ਟੋਕਰੀ ਦੀ ਹੈ ਭਾਵੇਂ ਜਲ ਦੀ ਹੈ, ਤਤ ਵਸਤੂ ਤਤ ਗੱਲ ਇਹ ਵੇ ਜਦੋਂ ਕਿਹਾ ਵੀ ਭਾਨੀ ਵਰਨ ਦੇ ਜੋਗ ਹੈ ਕੋਈ ਵਰ, ਤੇ ਇੰਨੀ ਦੇਰ ਨੂੰ ਗੁਰੂ ਰਾਮਦਾਸ ਸਾਹਮਣੇ ਲੰਘਦੇ ਆ। ਮਾਤਾ ਜੀ ਕਹਿੰਦੇ ਨੇ ਇਹ ਵਰਗਾ, ਇਹੋ ਜੀ ਉਮਰ, ਇਹੋ ਜਿਹਾ ਕੱਦ ਕਾਠ, ਇਹੋ ਜਿਹਾ ਸੁਭਾਅ, ਇਹੋ ਜਿਹਾ ਗੁਣ, ਇਹੋ ਜੀ ਨਿਮਰਤਾ, ਇਹੋ ਜੀ ਸੇਵਾ, ਇਹੋ ਜਿਹਾ ਸਮਰਪਣ, ਇਹੋ ਜਿਹਾ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਇਹੋ ਜਿਹਾ ਸਿਰਫ ਇਹੀ ਹੈ, ਇਸ ਵਰਗਾ ਦੁਨੀਆ ਤੇ ਦੂਜਾ ਕੋਈ ਵੀ ਨਹੀਂ, ਸਿਰਫ ਇਹੀ ਹੈ, ਸੱਚ ਹੈ। ਗੁਰਮੁਖੋ ਇਹਦੇ ਵਰਗਾ ਗੁਰੂ ਰਾਮਦਾਸ ਵਰਗਾ ਹੋਰ ਕੋਈ ਨਹੀਂ, ਤੇ ਸੱਚਮੁੱਚ ਇਹਦੇ ਘਰ ਵਰਗਾ ਹੋਰ ਘਰ ਵੀ ਕੋਈ ਨਹੀਂ। ਕਹਿੰਦੇ ਨੇ ਸੱਚ ਕਿ ਇਹਦੇ ਵਰਗਾ ਸਿਰਫ ਇਹ ਵੇ। ਸੱਚ ਜੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਕੋਈ ਪੁੱਛਿਆ ਵੀ ਜ਼ਮੀਨ ਕੀ, ਬਿਜ਼ਨਸ ਕੀ, ਸਿਰਫ ਇੱਕੋ ਦੇਖਿਆ ਤੇ ਪਤਾ ਸੀ ਕਿ ਇਹਦੇ ਉੱਤੇ ਬਖਸ਼ੀਸ਼ ਹੋਣੀ ਹੈ। ਬੇਟੀ ਦਾ ਰਿਸ਼ਤਾ ਕਰ ਦਿੱਤਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਵੇਂ ਇਹ ਲਿਖਤ 'ਚ ਨਹੀਂ ਪਰ ਭਾਵਨਾ ਬਣਾਉਣ ਲਈ ਸ਼ਬਦ ਸਨ। ਜਦੋਂ ਰਿਸ਼ਤਾ ਕੀਤਾ ਪੁੱਛਿਆ ਕਿ ਮਹਾਰਾਜ ਇਹਨਾਂ ਦਾ ਘਰ ਕੀ, ਮਾਤਾ ਜੀ ਕਹਿੰਦੇ ਨੇ ਘਰ ਕਿੱਥੇ ਦਾ, ਰੋਟੀ ਪਾਣੀ ਦਾ ਕਿਵੇਂ, ਗੁਜ਼ਾਰਾ ਕਿਵੇਂ ਚੱਲੇਗਾ, ਕਿਸ ਤਰ੍ਹਾਂ? ਕਹਿੰਦੇ ਨੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰੇਮ ਵਿੱਚ ਆ ਕੇ ਕਹਿਣ ਲੱਗੇ ਇਹਦਾ ਘਰ ਏਡਾ ਵੱਡਾ ਹੋਵੇਗਾ ਸਾਰੀ ਦੁਨੀਆ ਇਹਦੇ ਘਰ ਦੀ ਦਹਲੀਜ਼ ਤੇ ਮੱਥੇ ਟੇਕੇਗੀ। ਸੱਚ ਹੈ। ਤੁਸੀਂ ਰੋਜ਼ੀ ਦੀ ਗੱਲ ਕਰ ਦੇਖੋ, ਰੋਜ਼ੀ ਦੀ ਗੱਲ ਕਰਦੇ ਹੋ, ਜਿਹਨੂੰ ਸੱਚੀ ਮੁੱਚੀ ਪਰਿਵਾਰ ਦੇ ਜੀ, ਸੰਸਾਰ ਦੇ ਜੀ, ਜਿਹਨੂੰ ਕੋਈ ਵੀ ਮੂੰਹ 'ਚ ਟੁਕੜਾ ਨਹੀਂ ਪਾਏਗਾ, ਇਹਦੇ ਘਰ ਵਿੱਚ 8 ਪਹਿਰ ਲੰਗਰ ਚੱਲਿਆ ਕਰੇਗਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵਿਆਹ ਹੋ ਗਿਆ। ਮੇਰੀ ਬੇਨਤੀ ਸੁਣਿਓ, ਮੈਂ ਇਤਿਹਾਸ ਤਾਂ ਕਹਿ ਰਿਹਾ ਕਿਉਂਕਿ ਅੱਜ ਸਤਿਗੁਰਾਂ ਦਾ ਆਗਮਨ ਹੈ। ਯਤਨ ਆਪਾਂ ਜ਼ਿਆਦਾ ਇਹੀ ਕਰਨੇ ਆ ਵੀ ਇਹ ਬਾਣੀ ਵਿੱਚੋਂ ਹੀ ਸ਼ਾਦੀ ਹੋ ਗਈ, ਪਰ ਬੀਬੀ ਭਾਨੀ ਤੇ ਗੁਰੂ ਰਾਮਦਾਸ ਜੀ ਨੇ
बड़ी करनी काल खाली। बीबी जी अपने हथी पिता जी का इशनान कराना। धन गुरु रामदास महाराज जी ने हजूर दे जिथे दीवान सजना उत्थे सारी सेवा करनी। समा आया गोइंदवाल साहब बौली का टक लाया गया, ते बौली का टप जिहड़ा है वो धन धन बाबा बुढ़ा साहब जी ने लाया सी गोइंदवाल। जदों टप लब्बा इत्थे सेवा शुरू हुई ते गुरमुखो उन्हां दिनां च टप भी लगा, होर भी सेवा हो रही है। ते गुरु रामदास अपने सिर दे ऊपर टोकरी चुक के अपने आप सेवा करते हैं। आप जी आए हो गुरु रामदास दे घर च। मैं सिर्फ ये नहीं कि मैं कोई बहुत वड्डा विद्वान या आत्म अभ्यासी हाँ, तुहानूं कहन लगा। एक मेरी बेनती जे, आयो हथी भांडे जरूर मांज के जाओ, मेरी बेनती है। ਇਹਦਾ ਕਾਰਨ है ਚਾਹੀਦਾ ਆਪੋ ਆਪਣਾ जे समा होवे सब तो पहला बंदा आए भांडियां च खलोवे, भांडे मांजे ते यतन करे भांडे मांजियां खब्बे सज्जे फुरने बनाने दी तवां जिन्ना समा भांडे धोने ने धन गुरु रामदास का ध्यान ही धरना है। जो शब्द पढ़िया जा रहा वो शब्द सानू उत्थे सुनाई दे जाता है भांडियां च। उस तो बाद इशनान जरूर करो, बेनती है इशनान जरूर करो, क्योंकि इस सतगुरां ने बख्शीश दी इस थां ते। इत्थे अठे पैर सदियां तो बाणी पढ़ी जा रही है। गुरमुखो जिस पानी पहला पानी जियो है, पानी भी एक जीख है। जिस पानी दे उत्ते रब दी बाणी पढ़ी जाती है उहदे च टुब्बी मारिया भी अंदर नूं सकून मिलता है। इशनान करन तो बाद कोई ज्यादा नहीं, थोड़े तो थोड़ा भी देग जरूर कराया करिए। अपने हथी देग जरूर कराओ। अंदर जाके मत्था टेक के जिथे जगह मिल जाए अंदर जा बाहर नेत्र बंद करके अद्धा घंटा 20 मिनट 25 मिनट अभ्यास करो। फिर मैं बेनती करांगा सिमरन जे शब्द बेनती दे पढ़े जा रहे हैं, क्योंकि भाई साहब शब्द पढ़ते हो भी राख पिता पर मेरे मोह निर्गुण सब गुण तेरे। उस वक्त अपनी सुरत नूं बेनती च लै जाना है कि धन गुरु अर्जुन देव जी ये पंच बिखादी मैनू तंग करते ने, मैं आया मैनू बचा दिओ। जे शब्द उच्ची अवस्था दे पढ़ते होण कि मेरी प्रीत गोबिंद स्यो जिन घटै मैं तो मोल महंगी लई जी छटै, फिर उसनू बेनती रूप लै जाइए सच्चे बादशाह किरपा करो ये साडी भी किते अवस्था बन जाए, साडी भी जिंद दे बदले तेरी प्रीत मिल सके। मैं बेनती करांगा जदों आप जी कीर्तन सुन के जाओगे, ਜਿਹੜੇ खास करके विदेशों तो दूजी स्टेट तो आए आ, चाहे इत्थे भी कोई होवे, आपां वापस बाहर आउणे आ। देखो हुण घर चले जाइए ते फिर आपां घर बैठ के अभ्यास करिए, क्योंकि ख्याल ही ख्याल नूं कटदा है। जे मन ख्याल बना के भटकना भी जाता है तो दूजा ख्याल नूं इकट्ठियां भी कर सकता है। जे आप प्रदेश बैठ गए हो, प्रदेश चले गए, अमृत वेले उठ के इशनान किया ते जो कुछ हरमंदर साहब सेवा की सिमरन किया उस ख्याल नूं अंदर ले आइए। सुरत नाल भांडे मांजिए, सुरत नाल इशनान करिए, सुरत नाल परिक्रमा करिए, सुरत नाल देह कराइए, सुरत नाल बैठ के जिथे कीर्तन सुने उत्थे शब्द सुनना शुरू करिए। सच है वे तुहाडी बॉडी दा इत्थे पिया होया औरा प्रदेश विच भी गुरु रामदास दा सुख जरूर देगा जे आपां इस ढंग नाल करांगे। तां सतगुरु गुरु रामदास सच्चे पातशाह महाराज उन्हां ने अपने हत्थी सेवा की। सेवा च बड़ी वड्डी बरकत है। गुरमुखो मैनूं याद है सरदार जस्सा सिंह आलोवालिया पढ़े सन है ना दिल्ली माता सुंदरी जी दे कोल, ते सरदार नवाब कपूर सिंह होना ने अपने कोल उन्हां नूं बच्चे नूं रख लिया जिन्होंने सुल्ताने उल कौम कहने आ, ते उन्हां दी सेवा ये ला दी भी तुसी सिंघां दे घोड़ियां दा दाना वंडना है। पढ़े लिखे हो ना, ते तुसी गिनती मिनती कर लोगे ते दाना तुसी वंडना है। ते सरदार जस्सा सिंह जदों बोलते सन दिल्ली च रहे सन, उन्होंने बोल देना हमको तुमको, बच्चा सी। ते जेड़े वडेरी उम्र दे सिंह सन उन्होंने बच्चा जान के मखौल करना शुरू कर दिता। ये छेड़ पा दी हमको तुमको हमको तुमको। एक दिन वो खिज गए सरदार जस्सा सिंह। नवार कपूर सिंह के सामने वो जरा पड़ोपा हुंदा सी जी, अजकल पड़ोपे का अर्थ बहुत घट नूं पता होना है,
ਉਹ ਬਰਤਨ ਕਹਿ ਲੋ ਜਿਹਦੇ ਰਾਹੀਂ ਉਹ ਵੰਡਦੇ ਸਨ। ਉਹ ਜਦੋਂ ਖਿੱਚ ਗਿਆ ਵੀ ਹਮਕੋ ਤੁਮਕੋ ਕਹਿੰਦੇ ਨੇ, ਉਹ ਲਿਆ ਕੇ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਰੱਖਿਆ। ਕਹਿੰਦਾ ਮੈਂ ਨਹੀਂ ਸੇਵਾ ਕਰ ਸਕਦਾ। ਕਿਉਂ ਜੀ? ਇਹ ਮੈਨੂੰ ਸਾਰੇ ਛੇੜਦੇ ਆ, ਮੇਰੀ ਛੇੜ ਪਈ, ਖਮਕੋ ਤੁਮਕੋ। ਸਰਦਾਰ ਕਪੂਰ ਸਿੰਘ ਨੇ ਪਿਆਰ ਦਿੱਤਾ, ਘੁੱਟ ਕੇ ਕਹਿੰਦੇ ਨੇ, ਉਹ ਪੁੱਤਰ ਇਹ ਗੱਲ ਚੇਤੇ ਰੱਖੀ, ਮੈਂ ਕੋਰਾ ਅਨਪੜ੍ਹ ਹਾਂ, ਮੈਂ ਸਿਰਫ ਘੋੜੇ ਦੀ ਲਿੱਦ ਸੱਟਣਾ। ਜੇ ਮੈਨੂੰ ਘੋੜੇ ਦੀ ਲਿੱਦ ਸੱਟਣ ਵਾਲੇ ਨੂੰ ਇਹ ਖਾਲਸਾ ਪੰਥ, ਇਹ ਸੰਗਤ ਨਵਾਬ ਬਣਾ ਸਕਦੀ ਏ, ਤੂੰ ਤਾਂ ਪੜ੍ਹਿਆ ਲਿਖਿਆ, ਤੈਨੂੰ ਇੱਕ ਦਿਨ ਸੱਚੀ ਸੁਲਤਾਨੇ ਉਲ ਕੌਮ ਬਣਾ ਦੇਵੇਗੀ। ਸੱਚੀ ਮੁੱਚੀ ਜੋ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੂੰ ਸਨਮਾਨ ਮਿਲਿਆ, ਤੇ ਮੈਂ ਤਾਂ ਜ਼ਿਕਰ ਕਰ ਲੱਗਾ, ਜਿਹੜੀ ਇਮਾਰਤ ਤੁਸੀਂ ਹੁਣ ਦੇਖਦੇ ਹੋ ਹਰਮੰਦਰ ਸਾਹਿਬ ਦੀ, ਅਬਦਾਲੀ ਦੇ ਸੱਟਣ ਤੋਂ ਬਾਅਦ ਇਹਦੀ ਨੀਂਹ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਰੱਖੀ ਹੈ। ਮਿਸਤਰੀ ਦੇਸ ਰਾਜ ਜੀ ਹੋਣਾ ਨੇ ਇਹਨੂੰ ਮੁਕੰਮਲ ਕਰਾਇਆ। ਤਵਾਰੀਖੇ ਕਹਿੰਦੀ ਹੈ, ਮਹਾਰਾਜ ਗੁਰੂ ਰਾਮਦਾਸ ਸਿਰ ਤੇ ਟੋਕਰੀ ਚੁੱਕੀ ਤੁਰੇ ਆ ਰਿਹਾ, ਉਧਰੋਂ ਸੂਰਜ ਢਲ ਗਿਆ। ਤੇ ਸੱਚੀ ਇਹ ਹੈ ਹੀ ਨਹੀਂ ਕਿ ਮੈਂ ਇਸ ਘਰ ਦਾ ਜਵਾਈ ਖਾਂ, ਦਮਾਦ ਖਾਂ। ਜਦੋਂ ਸੂਰਜ ਢਲ ਗਿਆ, ਸਿਰ ਤੇ ਟੋਕਰੀ, ਤੇ ਉਧਰੋਂ ਦੂਰੋਂ ਜੀ ਸੂਰਜ ਦੀ ਟਿੱਕੀ ਛਿਪ ਰਹੀ ਏ, ਤੇ ਕੁਝ ਸਰੀਰ ਤੁਰੇ ਆਉਂਦੇ ਆ। ਉਹ ਕਹਿੰਦੇ ਆ ਚੱਲੇ ਨੇ ਹਰਿਦੁਆਰ, ਤੇ ਇਹ ਨੇ ਸੋਢੀ ਗੁਰੂ ਰਾਮਦਾਸ ਦੇ ਚਾਚੇ ਤਾਇਆਂ ਵਿੱਚੋਂ, ਉਹਨਾਂ ਬਜ਼ੁਰਗਾਂ ਵਿੱਚੋਂ, ਜਾਂ ਕਹਿ ਲੋ ਵੀ ਆਪਣੇ ਸੋਢੀਆਂ ਦੇ ਜੀ ਆ ਰਹੇ ਆ। ਤੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਕਹਿੰਦਾ ਵੀ ਰਾਤ ਪਈ ਏ, ਸੁਣਿਆ ਵੀ ਆਪਣੇ ਖਰਦਾਸ ਦਾ ਪੁੱਤਰ ਅਮਰਦਾਸ ਗੁਰੂ ਦੀ ਬੇਟੀ ਨਾਲ ਵਿਆਹਿਆ ਹੈ, ਚਲੋ ਨਾਲੇ ਰਾਤ ਉਹਦੇ ਘਰ ਰਹਿੰਦੇ ਆ, ਨਾਲੇ ਵੇਖਾਂਗੇ ਵੀ ਉੱਥੋਂ ਤੇ ਮਾਂ ਬਾਪ ਚਲੇ ਗਏ ਤੇ ਇੱਥੇ ਆ ਗਿਆ ਸੀ, ਇੱਥੇ ਦਾ ਕੰਮਕਾਰ ਕੀ ਹੈ, ਕਿਹੋ ਜਿਹਾ ਘਰ ਹੈ। ਫੁਰਨੇ ਬਣਾ ਕੇ ਆਏ, ਤੇ ਦੇਖੋ ਕੈਸਾ ਸਬੱਬ ਬਣ ਗਿਆ। ਉਧਰੋਂ ਗੁਰੂ ਰਾਮਦਾਸ ਟੋਕਰੀ ਸੁੱਟਣ ਬਾਹਰ ਆ ਗਏ। ਹਜ਼ੂਰ ਨੇ ਟੋਕਰੀ ਸੁੱਟੀ, ਉਹਨਾਂ ਨੇ ਪਹਿਚਾਨ ਲਿਆ। ਪਹਿਚਾਨਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਅਦਬ ਕੀਤਾ, ਸਨਮਾਨ ਦਿੱਤਾ, ਤੇ ਕਹਿੰਦੇ ਨੇ ਉਹ ਇੰਨੇ ਕ੍ਰੋਧਿਤ ਹੋਏ, ਇੰਨੇ ਗੁੱਸੇ ਵਿੱਚ ਆਏ ਕਿ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਦੇ ਕੋਲ ਲੈ ਗਏ। ਜਦੋਂ ਕੋਲ ਲੈ ਗਏ, ਕ੍ਰੋਧਿਤ ਸਨ, ਕਹਿਣ ਲੱਗੇ ਦੇਖੋ ਇਹ ਤੁਸੀਂ ਕੰਮ ਚੰਗਾ ਨਹੀਂ ਕੀਤਾ। ਕਿਹੜਾ ਜੀ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਹੜਾ? ਕਹਿਣ ਲੱਗੇ ਇੱਕ ਤਾਂ ਇਹਦੇ ਮਾਂ-ਬਾਪ ਇਹਦੇ ਜਨਮ ਵੇਲੇ ਚਲੇ ਗਏ। ਸ਼ਬਦ ਉੱਥੇ ਬੜੇ ਹੋਰ ਤਰ੍ਹਾਂ ਦੇ ਵਰਤੇ, ਨਭਾਗਾ ਸ਼ਬਦ ਤੱਕ ਵਰਤਿਆ ਗੁਰਮੁਖੋ। ਅਭਾਗਾ ਗਿਆ ਕਿ ਇਹਦੇ ਮਾਂ-ਬਾਪ ਅਭਾਗੇ ਦੇ ਚਲੇ ਗਏ, ਤੇ ਫਿਰ ਤੁਸੀਂ ਆਪਣਾ ਦਮਾਦ ਬਣਾ ਕੇ ਟੋਕਰੀ ਚਗਾਉਂਦੇ ਪਏ ਹੋ, ਤੇ ਸਾਡੀ ਕੁਲ ਨੂੰ, ਸਾਡੇ ਖਾਨਦਾਨ ਨੂੰ, ਸਾਡੀ ਪੀੜ੍ਹੀਆਂ ਨੂੰ ਸੱਚੀ ਮੁੱਚੀ ਤੁਸੀਂ ਨੀਵਾਂ ਦਿਖਾ ਰਹੇ ਹੋ। ਉਹ ਬੋਲੀ ਗਿਆ ਗੁੱਸੇ 'ਚ। ਮਹਾਰਾਜ ਸੁਣ ਕੇ ਕਹਿੰਦੇ ਆ ਗੁਰੂ ਰਾਮਦਾਸ ਦੇ ਨੇਤਰ ਭਿੱਜਾਏ, ਹੇ ਸੱਚੇ ਪਾਤਸ਼ਾਹ, ਅੱਜ ਮੇਰੀ ਖਾਤਰ ਆਪ ਨੂੰ ਉੱਚੇ ਬੋਲ ਸੁਣਨੇ ਪੈ ਰਿਹਾ। ਸਤਿਗੁਰੂ ਦੇ ਨੇਤਰਾਂ 'ਚ ਨੀਰ ਸੀ। ਗੁਰੂ ਅਮਰਦਾਸ ਬਹੁਤ ਮਿੱਠੀ ਰਸਨਾ ਆਵਾਜ਼ 'ਚ ਬੋਲੇ, ਕਹਿਣ ਲੱਗੇ ਕਿਸ ਨੇ ਟੋਕਰੀ ਚੁੱਕੀ? ਕਹਿੰਦੇ ਨੇ ਆਹ ਦੇਖੋ ਟੋਕਰੀ ਰਾਮਦਾਸ ਨੇ ਚੁੱਕੀ, ਆਹ ਦੇਖੋ ਇਹਦੇ ਤਨ ਦੇ ਉੱਪਰ ਮਿੱਟੀ ਪਈ ਹੈ, ਇਹ ਸਿਰ ਤੇ ਟੋਕਰੀਆਂ ਢੋਂਦਾ ਹੈ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨਾ ਨਾ, ਟੋਕਰੀ ਥੋੜਾ ਹੈ। ਕਹਿਣ ਲੱਗੇ ਹੋਰ ਕੀ ਬਜ਼ੁਰਗੋ, ਟੋਕਰੀ ਹੈ। ਕਹਿਣ ਲੱਗੇ ਨਹੀਂ, ਤੁਹਾਨੂੰ ਟੋਕਰੀ ਦਿਸਦੀ ਏ, ਮੈਨੂੰ ਗੁਰੂ ਨਾਨਕ ਦੇ ਘਰ ਦਾ ਛਤਰ ਦਿਸਦਾ ਪਿਆ, ਟੋਕਰੀ ਨਹੀਂ। ਇਹਦੇ ਸਿਰ ਤੇ ਛਤਰ ਹੈ, ਟੋਕਰੀ ਨਹੀਂ। कवि संतोख सिंह ने लिखा, ए पी जन्म्यो बंस हमारे, लाज गवाई सर्व प्रकारे, पित के मरे सदन को त्यागा, घर ससुरार बस्यो निरभागा, इसने तो सिर माटी पाई, करो उचारना तुम सुरदाई। अगे महाराज कहते आ, गुरु अमरदास कहते जे ए बंस जन्म न धारे, गिरत नरक में पितर तुम्हारे। तुसी नरकां च डुबना सी, इहदे करके तुहाडी कुल तरेगी। धन गुरु अमरदास दे चरण पकड़े महाराज। इन्हां नूं समझ कोई नहीं, आप जी की हो, इन्हां नूं कोई समझ नहीं, कदर नहीं जानते। समा लंघिया गुरमुखो, धन गुरु रामदास महाराज गुरु अमरदास की सेवा च रहे। खास करके वो जिक्र करा कि जिदन राज जोग तखत दियन गुरु रामदास, समा आया गुरु अमरदास महाराज जी की
ਹਰ ਪ੍ਰੀਖਿਆ ਚੋਂ ਨਿਕਲੇ। ਇੱਥੋਂ ਤੱਕ ਜਿਹੜਾ ਅਸੀਂ ਸਵਈਆ ਪੜ੍ਹਨੇ ਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਕਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਇਹ ਬਚਨ ਗੁਰੂ ਅਮਰਦਾਸ ਦੀ ਕਿਰਪਾ ਦਾ ਹੈ। ਇਹਦਾ ਅਰਥ ਹੈ ਕਿ ਗੁਰੂ ਰਾਮਦਾਸ ਦੇ ਸਿਰ ਤੇ ਸਮਰੱਥ ਗੁਰੂ ਅਮਰਦਾਸ ਨੇ ਆਪਣਾ ਹੱਥ ਰੱਖ ਦਿੱਤਾ ਹੈ। ਥੋੜੇ ਜਿਹੇ ਅਰਥ ਆਪਾਂ ਕਰ ਲਈਏ, ਕਿਉਂਕਿ ਰੋਜ਼ ਆਪ ਪੜ੍ਹਦੇ ਵੀ ਹੋ, ਸੁਣਦੇ ਹੋ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਿੱਧੇ ਅਰਥ ਨੇ ਸਮਰੱਥ ਗੁਰੂ ਅਮਰਦਾਸ ਜੀ ਨੇ ਹੱਥ ਰੱਖ ਦਿੱਤਾ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਨਾਮ ਦੇ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਕਰਿਓ। ਜਿਸ ਸਤਿਗੁਰੂ ਦੇ ਚਰਨਾਂ ਨੂੰ ਦੇਖ ਕੇ ਪਾਪ ਖੰਡਨ ਹੋ ਜਾਂਦੇ ਨੇ। ਨਿਸ ਬਾਸੁਰ ਏਕ ਸਮਾਨ ਧਿਆਨ, ਗੁਰੂ ਰਾਮਦਾਸ ਦਾ ਧਿਆਨ ਦਿਨ ਰਾਤ ਸਿਰਫ ਇੱਕ ਬਰਾਬਰ ਪਰਮਾਤਮਾ ਨਾਲ ਜੁੜਿਆ ਹੈ। ਸੋ ਨਾਮ ਸੁਣੈ ਸੁਤ ਭਾਨ ਡਰਿਓ। ਭਾਨ ਦਾ ਅਰਥ ਹੈ ਸੂਰਜ, ਕਿ ਸੂਰਜ ਦਾ ਪੁੱਤਰ ਹੈ ਧਰਮਰਾਜ ਜਮਦੂਤ। ਗੁਰੂ ਰਾਮਦਾਸ ਨੇ ਉਸ ਨਾਮ ਦੀ ਕਮਾਈ ਕੀਤੀ ਜਿਸ ਨਾਮ ਨੂੰ ਸੁਣ ਕੇ ਜਮਦੂਤ ਥਰ ਥਰ ਕੇ ਕੰਬਦਾ ਹੈ। ਸੁਤ ਭਾਨ ਡਰਿਓ। ਅੱਗੇ ਹੈ ਜੀ ਪਨ ਦਾਸ ਸੋ ਆਸ ਜਗਤਰ ਗੁਰੂ ਕੀ। ਪਟਦਾਸ ਜੀ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਨੂੰ ਸਿਰਫ ਜਗਤ ਗੁਰੂ ਨਾਨਕ ਸਾਹਿਬ ਦੀ, ਗੁਰੂ ਅਮਰਦਾਸ ਦੀ ਆਸ ਹੈ। ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਬਸ ਇਹ ਥੋੜੀ ਜੀ ਗੱਲ ਮੇਰੀ ਬੇਨਤੀ ਸੁਣਿਓ। ਟਾਈਮ ਥੋੜਾ ਜਿਹਾ ਆਪਾਂ ਮੈਂ ਜੀ ਜ਼ਿਆਦਾ ਲਾ ਦੇਣਾ। ਮਹਾਰਾਜ ਦਾ ਪੁਰਬ ਹੈ, ਜੇ ਤਾਂ ਸੰਗਤ ਪੂਰੀ ਨਮਸਕਾਰ ਵੀ ਨਹੀਂ ਕਰ ਸਕੀ। ਮਹਾਰਾਜ ਕਹਿ ਰਹੇ ਨੇ ਕਿ ਪਾਰਸ ਭੇਟ ਪਰਸ ਕਰਿਓ। ਪਾਰਸ ਦਾ ਇੱਕ ਤਾਂ ਅਰਥ ਹੋ ਗਿਆ ਜਿਹੜਾ ਸੋਨਾ ਬਣਾ ਦਿੰਦਾ। ਅੱਗੇ ਹੈ ਪਰਸ, ਪਰਸ ਦਾ ਅਰਥ ਛੂਹਣਾ। ਇਹ ਮੰਨਿਆ ਜਾਂਦਾ ਵੀ ਪਾਰਸ ਤਾਂਬੇ ਨੂੰ, ਲੋਹੇ ਨੂੰ, ਪਿੱਤਲ ਨੂੰ ਸੋਨਾ ਬਣਾਉਂਦਾ ਹੈ। ਪਾਰਸ ਕਿਸੇ ਧਾਤ ਨੂੰ ਆਪਣੇ ਵਰਗੀ ਪਾਰਸ ਨਹੀਂ ਬਣਾਉਂਦਾ। ਭੱਟ ਜੀ ਕਹਿ ਰਹੇ ਨੇ ਲੋਕੋ, ਗੁਰੂ ਅਮਰਦਾਸ ਪਾਰਸ ਨੂੰ ਜਦੋਂ ਗੁਰੂ ਰਾਮਦਾਸ ਛੂਹਿਆ, ਪਾਰਸ ਨੇ ਆਪਣੇ ਵਰਗਾ ਪਾਰਸ ਬਣਾ ਦਿੱਤਾ, ਪਾਰਸ ਬਣ ਗਏ। ਮਹਾਰਾਜ ਕਹਿ ਰਹੇ ਨੇ ਕਿ ਦੇਖੋ ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਅੱਗੇ ਹੈ ਰਾਮਦਾਸ ਗੁਰੂ ਹਰ ਸਤ ਕੀਓ। ਮੈਂ ਇਹ ਬੇਨਤੀ ਕਰਨੀ, ਇਹਦੇ ਅਰਥ ਨੇ ਰਾਮਦਾਸ ਗੁਰੂ ਜੀ ਨੂੰ, ਹਰ ਦਾ ਅਰਥ ਹੈ ਖਰੀ, ਤੇ ਸਤ ਦਾ ਅਰਥ ਹੈ ਸਦੀਵ ਰਹਿਣ ਵਾਲਾ, ਅਟਲ ਰਹਿਣ ਵਾਲਾ। ਕਰਤੇ ਪੁਰਖ ਨੇ ਗੁਰੂ ਰਾਮਦਾਸ ਨੂੰ ਸਦਾ ਅਟਲ ਕਰ ਦਿੱਤਾ ਹੈ, ਕਿਉਂਕਿ ਇਹਨਾਂ ਦੇ ਸਿਰ ਤੇ ਸਮਰੱਥ ਗੁਰੂ ਨੇ ਹੱਥ ਰੱਖ ਦਿੱਤਾ ਹੈ। ਮਹਾਰਾਜ ਕਹਿੰਦੇ ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਨੇ ਨਾਮ ਦੀਆਂ ਬਖਸ਼ਾਂ ਕਰ ਦਿੱਤੀਆਂ। ਤੇ ਮਹਾਰਾਜ ਖੁਦ ਆਪਣੀ ਬਾਣੀ 'ਚ ਕਹਿੰਦੇ ਨੇ, ਮੇਰਾ ਹੀਰ ਹੈ ਰਤਨ ਨਾਮ ਹਰ ਮਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਕ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਸਮਾਂ ਆ ਗਿਆ ਜੀ। ਵੇਖੋ ਵਕਤ ਦੀ ਗੱਲ, ਮੈਂ ਅੱਜ ਵੀ ਸੋਚ ਰਿਹਾ ਸਾਂ ਜਦੋਂ ਸਵੇਰੇ ਮੱਥਾ ਟੇਕਣ ਆਏ, ਕਿੰਨੀ ਸੰਗਤ ਆਪ ਨਮਸਕਾਰ ਕਰ ਰਹੇ ਹੋ। ਇਸ ਲਈ ਨਹੀਂ ਕਿਉਂਕਿ ਭਾਵ ਬਣਾਵਾਂਗੇ। ਮੈਂ ਸੋਚਿਆ ਮਹਾਰਾਜ ਜਦੋਂ ਲਾਹੌਰੋਂ ਚੱਲੇ ਸੀ ਉਸ ਦਿਨ ਸਿਰਫ ਇੱਕ ਨਾਨੀ ਤੇ ਇੱਕ ਤੁਸੀਂ ਸੀ। ਕੱਪੜੇ ਬੁਚਕੀ ਬੰਨ ਕੇ, ਗੱਠੜੀ ਬੰਨ ਕੇ ਤੁਰੀ ਸੀ ਨਾਨੀ। ਪਰ ਅੱਜ ਸਤਿਗੁਰੂ, ਧਰਤੀ ਤਾਂ ਉਹੀ ਲਾਹੌਰ ਦੀ, ਜਿਸ ਜਨਮ ਅਸਥਾਨ ਨੂੰ ਤਾਲਾ ਮਾਰ ਕੇ ਤੁਸੀਂ ਤੁਰੇ, ਸਿਰਫ ਨਾਨੀ ਦੋਤਾ। ਅੱਜ ਮੇਰੇ ਸੱਚੇ ਪਾਤਸ਼ਾਹ ਤੇਰਾ ਆਗਮਨ ਦਿਹਾੜਾ ਹੈ, ਤੇ ਸੱਚੀ ਮੁੱਚੀ ਇੱਥੇ ਤਿਲ ਸੱਟਣ ਵਾਸਤੇ ਵੀ ਸਾਡੇ ਕੋਲ ਥਾਂ ਨਹੀਂ। ਇਹ ਤੇਰੀਆਂ ਰਹਿਮਤਾਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਕਿ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਓ। ਇਸ਼ਨਾਨ ਕਰਾ ਕੇ ਲਿਆਂਦਾ। ਦਾੜਾ ਉਦੋਂ ਵੀ ਲੰਬੇਰਾ ਸੀ ਗੁਰਮੁਖੋ। ਇਸ਼ਨਾਨ ਕਰਾਇਆ, ਬਸਤਰ ਪਹਿਨਾਏ। ਧੰਨ ਗੁਰੂ ਅਮਰਦਾਸ ਨੇ ਆਪਣੇ ਪੁੱਤਰ, ਆਪਣੇ ਰਿਸ਼ਤੇਦਾਰ, ਆਪਣੇ ਸਿੱਖ ਸਾਰੇ ਇਕੱਠੇ ਕਰ ਲਏ। ਗੁਰੂ ਰਾਮਦਾਸ ਜੀ ਨੂੰ ਬਿਠਾ ਕੇ ਨਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਜੋ ਸਮੱਗਰੀ ਹੁੰਦੀ ਸੀ ਗੁਰਿਆਈ ਦੀ, ਉਹ ਰੱਖ ਕੇ ਗੁਰੂ ਅਮਰਦਾਸ ਜੀ ਨੇ ਪਰਿਕਰਮਾ ਕਰ ਦਿੱਤੀ। ਇਸ ਤਰ੍ਹਾਂ ਗਰਗੱਦੀ ਦਿੱਤੀ ਜਾਂਦੀ ਸੀ। ਪਰਿਕਰਮਾ ਕੀਤੀ, ਅੱਗੇ ਵੱਧ ਕੇ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕਿਆ, ਮੇਰੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਨੇਤਰਾਂ ਚੋਂ ਨੀਰ ਦੀ ਝੜੀ ਲੱਗ ਗਈ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ, ਮੇਰੇ ਪੁੱਤਰ, ਮੇਰੇ ਭਤੀਜੇ, ਮੇਰੇ ਰਿਸ਼ਤੇਦਾਰ, ਮੇਰੇ ਸਿੱਖ, ਜਿਨਨੇ ਮੇਰੀ ਅੱਤ ਦੀ ਖੁਸ਼ੀ ਲੈਣੀ ਹੈ,
ਉਹ ਮੇਰੇ ਸਾਹਮਣੇ ਰਾਮਦਾਸ ਨੂੰ ਗੁਰੂ ਜਾਣ ਕੇ ਮੱਥਾ ਟੇਕੇ। ਬਾਬਾ ਸੁੰਦਰ ਜੀ ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਕ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਹੁਣ ਇਸ ਤੁਕ ਨੂੰ ਪੁੱਤਰ ਭਰਾ ਰਿਸ਼ਤੇਦਾਰ ਸਾਰੇ ਚਰਨਾਂ ਨਾਲ ਜੋੜ ਦਿੱਤੇ। ਰਾਮਦਾਸ ਪੈਰੀ ਪਾਇਆ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦਿਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮਨ ਲਈ ਰਜ਼ਾਏ ਜੀਓ। ਮੋਰੀ ਪੁੱਤ ਸਨਮੁਖ ਹੋਵਾ, ਰਾਮਦਾਸਾਂ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ। ਫਿਰ ਸਤਿਗੁਰੂ ਆਨ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ। ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ। ਆ ਦੇਖੋ ਅੱਜ ਬਚਨ ਸਦੀਆਂ ਪਹਿਲਾਂ ਕਿਹਾ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸਾਰਾ ਜਗਤ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਗਿਆ। ਮਹਾਰਾਜ ਜੀ ਨੂੰ ਜਦੋਂ ਗੁਰਗੱਦੀ ਮਿਲੀ, ਸ਼ੁਕਰਾਨੇ ਵਿੱਚ ਚਲੇ ਗਏ। ਉਹ ਤਾਂ ਅੱਗੇ ਸ਼ੁਕਰਾਨੇ ਵਿੱਚ ਨੇ, ਸਿਦਕ ਵਿੱਚ, ਨਿਮਰਤਾ ਵਿੱਚ, ਸ਼ੁਕਰਾਨੇ ਵਿੱਚ, ਨਾਮ ਰਸ ਵਿੱਚ। ਮਹਾਰਾਜ ਗੁਰੂ ਅਮਰਦਾਸ ਜੀ ਸਾਰੀ ਸੰਗਤ ਮੱਥਾ ਟੇਕ ਦਿੱਤਾ। ਕਹਿੰਦੇ ਨੇ ਗੁਰੂ ਰਾਮਦਾਸ ਜੀ ਦਾ ਚਿਹਰਾ ਭਖ ਰਿਹਾ ਸੀ, ਮਤਲਬ ਲਾਲੀ ਚਿਹਰੇ ਤੇ, ਪਰ ਨੇਤਰਾਂ ਵਿੱਚੋਂ ਆਂਸੂ ਨਿਕਲ ਕੇ ਸਤਿਗੁਰੂ ਦੇ ਕਾਲੇ ਰੰਗ ਦੇ ਜਿਹੜਾ ਦਾੜਾ ਹੈ ਉਹਦੇ ਉੱਤੇ ਇਸ ਤਰ੍ਹਾਂ ਲੱਗਣ ਜਿਵੇਂ ਮੋਤੀ ਪਏ ਹੁੰਦੇ ਆ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ, ਅੱਜ ਬਿਰਹਾ ਵਿੱਚ ਬਰਾਗ ਵਿੱਚ ਕਿਉਂ? ਉੱਥੇ ਜਿਹੜੇ ਬਚਨ ਕਹੇ ਸਤਿਗੁਰੂ ਗੁਰੂ ਰਾਮਦਾਸ ਨੇ ਕਿਹਾ, ਸੱਚੇ ਪਾਤਸ਼ਾਹ ਮੇਰਾ ਕੋਈ ਰਿਸ਼ਤੇਦਾਰ ਨਹੀਂ, ਮੇਰਾ ਕੋਈ ਸੱਜਣ ਨਹੀਂ, ਮੈਂ ਇੰਨੇ ਵੇਖੋ ਨਿਮਰਤਾ ਹੈ, ਇੰਨੀਆਂ ਗਲਤੀਆਂ ਕਰਨਾ ਮੈਨੂੰ ਕੋਈ ਵੀ ਨਾ ਰੱਖੇ, ਤੇਰਾ ਸ਼ੁਕਰਾਨਾ ਕਰਨਾ। ਤੂੰ ਮੇਰੇ ਅਪਰਾਧ ਵੇਖ ਕੇ, ਤੂੰ ਮੇਰੀ ਮਾਂ ਦਾ ਪਿਆਰ ਵੀ ਤੁਸੀਂ ਦਿੱਤਾ, ਮੈਨੂੰ ਪਿਤਾ ਦਾ ਪਿਆਰ ਵੀ ਤੁਸੀਂ ਦਿੱਤਾ, ਮੇਰੇ ਸੱਜਣ ਵੀ ਤੁਸੀਂ ਬਣੇ, ਰਿਸ਼ਤੇਦਾਰ, ਮੇਰਾ ਮੁਰਸ਼ਿਦ, ਮੇਰਾ ਰੱਬ ਤੂੰ ਬਣਿਆ ਸਤਿਗੁਰੂ। ਬਸ ਅੱਜ ਉਹ ਲਾਹੌਰ ਚੇਤੇ ਆ ਗਏ ਜਦੋਂ ਛੱਡ ਕੇ ਆਇਆ ਸੀ। ਮਹਾਰਾਜ ਦੇ ਬਚਨ ਨੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਤੇਰੇ ਕਿੰਨੇ ਕੁ ਪਰਉਪਕਾਰ ਦੱਸਾਂ। ਤੇ ਆਪਾਂ ਇਹ ਸਾਰੀਆਂ ਗੱਲਾਂ ਗੁਰੂ ਰਾਮਦਾਸ ਨੂੰ ਕਹਿਣੀਆਂ ਨੇ। ਸਤਿਗੁਰੂ ਬਚਨ ਤੇਰੇ ਹੀ ਏ ਤੇ ਤੇਰੇ ਕਿੰਨੇ ਕੁ ਪਰਉਪਕਾਰ ਦਸੀਏ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਬਿਸਮ ਅਵਸਥਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰਾ ਸਰੀਰ ਬਿਸਮਾਦ ਵਿੱਚ ਚਲਾ ਜਾਂਦਾ। ਕਹਿਣਾ ਜਦੋਂ ਧੰਨ ਗੁਰੂ ਅਮਰਦਾਸ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, जैसे हम सतगुर राख लिए छड़ाए। तू गुर पिता, तू है गुर माता, तू गुर बंदप मेरा सखा सिखाए। जो खमरी बिद होती मेरे सतगुरा। महाराज जो मेरी हालत सी तुसी जानते नहीं, जो खमरी बिद होती मेरे सतगुरा। साबिद तुम घर जानो आपे, हम रुलते फिरते कोई बात ना पूछता। वाहिगुरु जी आ बचन कदी गुरु रामदास नूं असी कहीए, हम रुलते फिरते कोई बात ना पूछता। गुर सतगुर संग कीरे खम थापे, धन धन गुरु नानक जन केरा। जित मिले चूकै सब सोग संतापे। धन गुरु रामदास गुरता गद्दी ते विराजमान हो गए। गुरु अमरदास जी प्याना कर गए। प्यारिओ सिर्फ थोड़े जे मिनट लेके शाम नूं अकाल तख्त साहिब ते विचार है। मेरी बेनती है कि आ शहर, मैं उस दिन भी क्या जिथे आप जी स्नान कर दो दुख पंजनी, तो मैं फिर रिपीट करांगा। एवें उत्तर देने फेसबुकां ते फलाना खंडन करदा सी, ओनू जवाब दे रहे हैं, करारा जवाब दे रहे हैं। मैं हाथ जोड़ के बेनती करांगा, करारा जवाब देने की थां इशनान करो ते भांडे मांजो, समझ पै जू। प्रैक्टिकल करो, प्रैक्टिकल कमा के देखो। पता नहीं किन्निया कु दी झोली च इत्थे खैर पई है ते किन्निया कि दी पैनी है। धन गुरु रामदास महाराज मेरी बेनती है, गुरता गद्दी ते असीन हो गए। आ जिहड़ी थां है, मैं उस दिन भी कहा, इत्थे गुरु नानक साहब ने कीर्तन किया है 68 तीर्थ वाली दा। उस दिन मैं कहा सी, तवारी कहंदी है सुल्तान पिंड दा जिमीदार तारा, वो महाराज लिए प्रसाद पानी लैके आया। इत्थे साधु संत महात्मा आके बहिंदे सन।
ਤੇ ਮੈਂ ਉਸ ਦਿਨ ਕਿਹਾ ਸੀ, ਉਹਨੇ ਸੇਵਾ ਕੀਤੀ ਤੇ ਕਹਿੰਦਾ ਬਾਬਾ ਜੀ ਸੰਤ ਜੀ ਕੁਝ ਦਿਨ ਰੁਕ ਜਾਓ ਇੱਥੇ। ਹਜ਼ੂਰ ਕਹਿੰਦੇ ਨੇ ਕੁਝ ਦਿਨ ਨਹੀਂ, ਸਦਾ ਲਈ ਸ਼ਬਦ ਰੂਪ 'ਚ ਰੁਕ ਜਾਾਂਗੇ, ਇਸ ਥਾਂ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਗੁਰਮੁਖੋ ਇੱਥੇ ਜਦੋਂ ਗੁਰੂ ਅੰਗਦ ਸਾਹਿਬ ਸਾਡੀ ਜੋ ਹਿਸਟਰੀ ਕਹਿੰਦੀ ਹੈ, ਤੇ ਮੈਂ ਉਹ ਬੋਲ ਰਿਹਾ ਜੋ ਸ਼੍ਰੋਮਣੀ ਕਮੇਟੀ ਨੇ ਛਾਪਿਆ ਹੋਇਆ। ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਗਏ ਆ, ਇੱਥੋਂ ਨਿਕਲ ਕੇ ਗਏ ਆ, ਇਸ ਦੁੱਖ ਭੰਜਨੀ ਬੇਰੀ ਦੇ ਥੱਲੇ ਇੱਕ ਬੂਟੀ ਸੀ ਅੰਮ੍ਰਿਤੀ, ਇੱਥੋਂ ਜਦੋਂ ਗੁਰੂ ਅਮਰਦਾਸ ਗਏ ਆ, ਉਹ ਵੀ ਰੁਕੇ ਪਹਿਲਾਂ, ਇੱਥੋਂ ਅੰਮ੍ਰਿਤੀ ਬੂਟੀ ਤੋੜ ਕੇ ਲਗਾਏ ਤੇ ਇਹਦਾ ਰਸ ਜਾ ਕੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਉੱਤੇ ਚੋਇਆ ਸੀ। ਇਹ ਤਵਾਰੀਖ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਹਿਰ ਵਸਾਇਆ। ਧੰਨ ਗੁਰੂ ਰਾਮਦਾਸ ਹਰ ਵਕਤ ਨਿਮਰਤਾ 'ਚ ਰਹਿੰਦੇ ਨੇ। ਮੈਂ ਇੱਕ ਉਦਾਹਰਨ ਸਿਰਫ ਹੋਰ ਦੇ ਕੇ, ਗੁਰਮੁਖੋ ਸੱਚੀ ਨਿਮਰਤਾ ਵੱਡੇ ਵੱਡੇ ਹੰਕਾਰੀਆਂ ਨੂੰ ਵੀ ਨਿਵਾ ਦਿੰਦੀ ਹੈ। ਨਿਮਰਤਾ ਇੱਕ ਬੜਾ ਵੱਡਾ ਹਥਿਆਰ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰਪੂਰ ਹੈ ਇਹ ਗੱਲ ਸਾਰੀ। ਉਦੋਂ ਇਹ ਸਰੋਵਰ ਬਣ ਰਿਹਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦ ਜੀ ਆਏ। ਉਹਨਾਂ ਦੇ ਮਨ ਸੀ ਚਲੋ ਨਾਲੇ ਉਸ ਸਥਾਨ ਤੇ ਜਾਵਾਂਗੇ। ਸੁਣਿਆ ਜੀ ਬੜੀ ਨਿਮਰਤਾ ਵਾਲੇ, ਬਹੁਤ ਭਾਵਨਾ, ਬੜੀ ਵਾਰੀ ਆਪ ਜੀ ਨੇ ਸੁਣੀ ਇਹ ਘਟਨਾ। ਆਏ ਤੇ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਮਿਲੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਲਿਖਿਆ, ਇੱਕ ਘੋੜਾ ਤੇ 500 ਦਮੜਾ ਦਿੱਤਾ ਗਿਆ। ਮਹਾਰਾਜ ਜੀ ਵੱਲੋਂ ਸਤਿਕਾਰ ਕੀਤਾ ਜਾਂਦਾ ਸੀ। ਜਦੋਂ ਆਏ ਬੈਠੇ ਕੀਰਤਨ ਸੁਣਿਆ ਤੇ ਸੁਭਾਕਨ ਹੀ ਪੁੱਛਦੇ ਆ ਕਿ ਆਪ ਜੀ ਦਾ ਦਾੜਾ ਇੰਨਾ ਲੰਮਾ। ਹਜ਼ੂਰ ਨਿਮਰਤਾ 'ਚ ਕਹਿੰਦੇ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਹੁਣ ਇਸ ਬੇਨਤੀ ਨੂੰ ਸੁਣਿਓ। ਇਸ ਨਿਮਰਤਾ ਦੇ ਇਸ ਗੁਣ ਨੇ ਸਭ ਕੁਝ ਪਲਟ ਕੇ ਰੱਖ ਦਿੱਤਾ। ਜਦੋਂ ਕਿਹਾ ਜੀ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ, ਤੇ ਬਾਬਾ ਸ੍ਰੀ ਚੰਦ ਜੀ ਨੇ ਇੱਥੇ ਖਲੋ ਕੇ ਕਿਹਾ ਸੀ, ਗਿਆਨੀ ਗਿਆਨ ਸਿੰਘ ਕਹਿੰਦਾ ਇੱਥੇ ਮੁਸਕਰਾ ਕੇ ਕਹਿੰਦੇ ਆ, ਕਹਿੰਦੇ ਵਾਹ ਇਸੇ ਤਰੀਕੇ ਨਾਲ ਤਾਂ ਸਾਡਾ ਘਰ ਲੈਣਾ ਲੁੱਟ ਕੇ ਲੈ ਗਿਆ ਸੀ, ਨਹੀਂ ਸਾਂਭ ਸਕੇ। ਇਹ ਸ਼ਬਦ ਕਹਿ ਪੰਥ ਪ੍ਰਕਾਸ਼, ਇਸ ਤਰੀਕੇ ਨਾਲ ਲੁੱਟਿਆ ਘਰ ਸਾਡਾ, ਨਿਮਰਤਾ ਤੇ ਗੁਣਾ ਨੇ ਲੁੱਟਿਆ। ਇਸ ਸਰੋਵਰ ਦੇ ਕੰਢੇ ਖਲੋ ਕੇ ਕਹਿਣ ਲੱਗੇ ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ। ਹੁਣ ਇਸ ਗੱਲ ਨੂੰ ਨੁਕਤੇ ਨੂੰ ਧਿਆਨ 'ਚ ਰੱਖੋ। ਇਸ ਨਿਮਰਤਾ ਨੇ ਅਹਿਸਾਸ ਕਰਾ ਦਿੱਤਾ ਕਿ ਗੁਰੂ ਅੰਗਦ ਦੇਵ ਨੇ ਪਿਤਾ ਦੀ ਸੇਵਾ ਕਰਕੇ ਗੱਦੀ ਲਈ ਸੀ। ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਦਕ ਹੈ, ਕਈਆ ਕਾਏ ਬਣਾਏ, ਤੁਮਰੇ ਸਰ ਮੈਂ ਜੋ ਮੱਜੈ, ਪਾਪੀ ਪੀਗਤ ਪਾਹੇ। ਬਾਬਾ ਸ੍ਰੀ ਚੰਦ ਤੇ ਝੁਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਉਹਨਾਂ ਨੇ ਗੁਰਮੁਖੋ 30 ਰਾਗਾਂ 'ਚ ਬਾਣੀ ਉਚਾਰਨ ਕੀਤੀ। ਅਖੀਰ ਤੇ ਮੈਂ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਜ਼ਿਕਰ ਗੁਰੂ ਰਾਮਦਾਸ ਦਾ ਕਰਦੇ ਰਹਾਂਗੇ ਰੋਜ਼ ਹੀ। ਬਸ ਇਹ ਗੱਲ ਆਹ ਪੌੜੀ ਸਾਰੇ ਪੜ੍ਹ ਕੇ ਸਮਾਪਤੀ ਕਰਾਂਗੇ। ਧੰਨ ਧੰਨ ਰਾਮਦਾਸ ਗੁਰ, ਪੁਰਬ ਵਾਲੇ ਦਿਨ ਸਿਫਤ ਏਦੂ ਹੋਰ ਕੀ ਟੁਕਵੀਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਧੰਨ ਹੋ ਗੁਰੂ ਰਾਮਦਾਸ ਜੀ, ਧੰਨ ਹੋ ਜਿਨ੍ਹਾਂ ਨੇ ਸਿਰਿਆ, ਜਿਨਨੇ ਪੈਦਾ ਕੀਤਾ ਉਹ ਨਹੀਂ ਸਵਾਰਿਆ, ਇਹ ਸਵਾਰਿਆ ਵਾਹਿਗੁਰੂ ਨੇ ਤੁਹਾਨੂੰ ਆਪ ਹੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਜਿਨਨੇ ਸਵਾਰਿਆ ਤੇ ਸਿਰਜਿਆ, ਉਸ ਸਿਰਜਣਹਾਰੇ ਦੇ ਆਪ ਹੀ ਧਾਰਨ ਕਰ ਲਿਆ ਗੁਰੂ ਰਾਮਦਾਸ ਨੂੰ। ਫਿਰ ਸਿੱਖਾਂ ਨੇ ਕੀ ਜਾਣਿਆ, ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਿਆਰਿਓ ਹੁਣ ਮੈਂ ਫਿਰ ਅਰਜ਼ ਕਰਾਂ ਮੈਂ ਕਿਉਂ ਇਹ ਪੌੜੀ ਲਈ ਹੈ। ਉਸ ਵਕਤ ਦੇ ਇਹ ਚਸ਼ਮਦੀਦ ਗਵਾਹ ਨੇ ਜਿਹੜੇ ਕਹਿ ਰਹੇ ਨੇ, ਉਹਨਾਂ ਨੇ ਅੱਖਾਂ ਨਾਲ ਗੁਰੂ ਰਾਮਦਾਸ ਨੂੰ ਬਾਬਾ ਸੱਤਾ ਬਲਵੰਡ ਜੀ ਨੇ ਦੇਖਿਆ, ਗੁਰੂ ਰਾਮਦਾਸ ਕੋਲ ਕੀਰਤਨ ਕੀਤਾ, ਗੁਰੂ ਰਾਮਦਾਸ ਦੇ ਮੁਖੜੇ ਦੇ ਦੀਦਾਰ ਕੀਤੇ ਨੇ। ਉਹ ਕਹਿੰਦੇ ਆਓ ਲੋਕੋ ਜੋ ਅਸੀਂ ਦੇਖਿਆ ਤੁਹਾਨੂੰ ਦੱਸਨੇ ਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਸਦਾ ਰਹਿਣਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ ਗੁਰੂ ਰਾਮਦਾਸ ਜੀ। ਤੂੰ ਅਥਾਹ ਹੈ, ਅਟਲ ਅਥਾ ਅਤੋਲ, ਤੂੰ ਤੇਰਾ ਅੰਤ ਨਾ ਪਾਰਾਂ ਵਾਰਿਆ।
ਪਰ ਨਾਲ ਕਹਿੰਦੇ ਨੇ ਸਿੱਖੋ ਅੱਜ ਤੁਸੀਂ ਆਇਓ ਤੇ ਇੱਕ ਬੇਨਤੀ ਕਰੋ, ਭਾਓ ਮਿਲੇ, ਪ੍ਰੇਮ ਮਿਲੇ, ਭਾਓ। ਜਿਨੀ ਤੂੰ ਸੇਵਿਆ ਭਾਓ ਕਰ, ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ। ਵਾਹਿਗੁਰੂ ਧੰਨ ਗੁਰੂ ਰਾਮਦਾਸ ਕੋ ਇਹ ਬਿਮਾਰੀਆਂ ਖਹਿੜਾ ਛੱਡ ਜਾਂਦੀਆਂ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸੰਤ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਤੇਰੇ ਸੇਵਾਦਾਰ ਸੱਚੇ ਨੇ, ਜੁਗਾ ਜੁਗ ਅਟਲ ਰਹਿਣ ਵਾਲੇ ਨੇ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਅੱਜ ਦਰਸ਼ਨ ਕੀਤੇ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ। ਬਸ ਅੱਜ ਇੱਕੋ ਬਚਨ ਉਹਨਾਂ ਦਾ ਜੀ, ਉਹ ਕਹਿੰਦੇ ਨੇ ਮੈਨੂੰ ਆਹ ਸਿੱਖ ਚੰਗਾ ਲੱਗਦਾ ਜਿਹੜਾ ਆਹ ਕੰਮ ਕਰਨ ਲੱਗ ਪਿਆ। ਮਹਾਰਾਜ ਕਿੰਨਾ ਕੁ ਚੰਗਾ ਲੱਗਦਾ ਹੈ? ਕਹਿੰਦੇ ਇੰਨਾ ਚੰਗਾ ਲੱਗਦਾ ਜਿੱਥੋਂ ਲੰਘੇ ਨਾ ਦਿਲ ਕਰਦਾ ਇਹਦੇ ਚਰਨਾਂ ਦੀ ਧੂੜ ਮੈਂ ਆਪਣੇ ਮੱਥੇ ਤੇ ਲਾ ਲਾਂ। ਕਿਹੜਾ ਚੰਗਾ ਲੱਗਦਾ? ਗੁਰੂ ਰਾਮਦਾਸ ਕਹਿੰਦੇ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰੂ ਮਨ ਭਾਵੈ। ਜਿਹੜਾ ਅੱਜ ਇੱਥੇ ਆਇਆ ਮੱਥਾ ਟੇਕਣ ਸਿੱਖ, ਅੰਮ੍ਰਿਤ ਛਕੋ, ਸਵਾਸ ਸਵਾਸ ਬੰਦਗੀ ਕਰੋ। ਗੁਰੂ ਰਾਮਦਾਸ ਕਹਿੰਦੇ ਤੂੰ ਮੈਨੂੰ ਬੜਾ ਚੰਗਾ ਲੱਗਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ, ਧੰਨ ਗੁਰੂ ਰਾਮਦਾਸ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ ਜੋ ਆਪ ਜਪੈ, ਅਵਰੈ ਨਾਮ ਜਪਾਵੈ। ਸਾਧ ਸੰਗਤ ਜੀ ਆਓ ਆਪਾਂ ਗੁਰੂ ਰਾਮਦਾਸ ਦੇ ਦਰ ਤੇ ਪੂਰਾ ਭਰੋਸਾ। ਖੱਬੇ ਸੱਜੇ ਕਿੱਥੇ ਭਟਕਣਾ ਜੇ। ਇਦੂ ਵੱਡਾ ਮੈਂ ਕੱਲ ਵੀ ਕਿਹਾ, ਘਰ ਕੋਈ ਨਹੀਂ, ਇਦੂ ਵੱਡਾ ਡਰ ਕੋਈ ਨਹੀਂ, ਇਦੂ ਵੱਡਾ ਦਾਤਾ ਕੋਈ ਨਹੀਂ, ਤੇ ਸੱਚ ਇਹ ਇਦੂ ਵੱਡਾ ਸਵਰਗ ਕੋਈ ਨਹੀਂ। ਇਹੀ ਹੈ ਸਭ ਕੁਝ ਸਾਡੇ ਲਈ। ਤੇ ਅਖੀਰ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕੋਟ ਕਰਕੇ ਕਹਿੰਦਾ ਇਹ ਘੇਰਾ ਪਿਆ ਹੋਇਆ ਦਰਬਾਰ ਸਾਹਿਬ ਨੂੰ, ਕੌੜਾ ਮਿਲ ਦੇ ਵੇਲੇ ਦੀ ਗੱਲ ਕਰ ਰਿਹਾ। ਇੱਕ ਬੀਬੀ ਦੁੱਧ ਚੁੰਗਦੇ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੁਰੀ ਆਉਂਦੀ ਫਟਾਫਟ, ਤੇ ਅੱਗੋਂ ਦੀਵਾਨ ਜੀ ਮਿਲਦੇ ਆ, ਕਹਿੰਦੇ ਆ ਤੈਨੂੰ ਪਤਾ ਹੈ ਉੱਥੇ ਫੌਜਾਂ ਨੇ ਘੇਰਿਆ, ਸਿੱਖਾਂ ਨੂੰ ਮਾਰਦੇ ਪਏ ਨੇ। ਕਹਿਣ ਲੱਗੇ ਤਾਂ ਛੇਤੀ ਲੈ ਕੇ ਚੱਲੀ ਆ, ਤੂੰ ਲੈ ਕੇ ਚੱਲੀਏ ਉੱਥੇ ਗੋਲੀ ਚੱਲੇਗੀ। ਕਹਿਣ ਲੱਗੀ ਇਸ ਕਰਕੇ ਚੱਲੀਆਂ, ਮਰਨਾ ਤੇ ਹੈ ਵੇ, ਪਰ ਮੇਰੇ ਪੁੱਤ ਦਾ ਆਖਰੀ ਵੇਲਾ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਆਵੇ। ਉਹ ਗੱਲ ਕਹਿੰਦੇ ਸਨ ਕਿ ਸਿੱਖੋ ਪਰਿਕਰਮਾ ਚ ਤੁਰਦੇ ਹੋ, ਅਸੀਂ ਸਾਰੇ ਤੁਰਨੇ ਆ, ਕਾਲੀ ਕਾਲੀ ਨਾਲ ਜਾਂਦੇ ਹੋ, ਐਸਤਾ ਤੁਰ ਕੇ ਵੇਖਿਓ। ਇਸ ਪਰਿਕਰਮਾ ਦੇ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਸਿਰ ਲੱਗੇ ਹੋਏ, ਕਿੰਨੇ ਕੁ ਸਿੱਖਾਂ ਦੇ ਸਿਰ ਨੇ। ਉਸ ਥਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਮੈਂ ਟਾਈਮ ਅੱਜ ਕਾਫੀ ਜ਼ਿਆਦਾ ਲੈ ਗਿਆ ਇਸ ਕਰਕੇ, ਕਿਉਂਕਿ ਹੁਕਮਨਾਮੇ ਦੀ ਕਥਾ ਵੀ ਜ਼ਰੂਰੀ ਸੀ ਕਰਨੀ। ਆਓ ਜੋ ਹੁਕਮ ਦਾਤੇ ਨੇ ਬਖਸ਼ਿਆ ਉਸ ਪਵਿੱਤਰ ਸ਼ਬਦ ਦੀਆਂ ਆਖਰੀ ਤੁਕਾਂ ਸਰਵਣ ਕਰੋ ਜੀ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਣਾਗਤੀ ਪਾਈ, ਜੇ ਕਿਲ ਬਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।